ਜਦੋਂ ਮੇਰੇ ਪਾਪਾ ਨੂੰ ਕੈਂਸਰ ਸੀਗਾ ਮੈਨੂੰ ਲੱਗਦਾ ਮੈਂ ਆਪਣੀ ਹੱਥੀਂ ਆਪਣੇ ਘਰ ਦੇ ਭਾਂਡੇ ਵੀ ਵੇਚੇ ਹੋਏ ਨੇ। ਆਟਾ ਵੀ ਪੂਰਾ ਨਹੀਂ ਸੀ ਪੈਂਦਾ ਹੁੰਦਾ ਤੇ ਮੰਮੀ ਨੇ ਕਹਿਣਾ ਕਿ ਨਹੀਂ ਤੁਸੀਂ ਚਾਰੇ ਜਾਣੇ ਰੋਟੀ ਖਾ ਲਓ ਔਰ ਮੈਂ ਭੁੱਖੀ ਸੋ ਜਾਂਦੀ ਹਾਂ। ਸੋ ਜੋ ਮੇਰੀ ਮਦਰ ਨੇ ਸੈਕਰੀਫਾਈਸ ਕੀਤਾ ਆਪਣੀ ਲਾਈਫ ਨਾਲ ਜਾਂ ਬੱਚਿਆਂ ਨੂੰ ਲੈ ਕੇ, ਤਾਂ ਉਹਨਾਂ ਦਾ ਦੇਣਾ ਤਾਂ ਅਸੀਂ ਕਦੀ ਦੇ ਹੀ ਨਹੀਂ ਸਕਦੇ। ਬਿਲਕੁਲ 6 ਸਾਲ ਦੀ ਉਮਰ ਤੋਂ ਲੈ ਕੇ ਮੈਂ ਹੁਣ ਤੱਕ ਕੰਮ ਹੀ ਕਰਦੀ ਆ। ਸਿੱਧਾ ਕਹਿੰਦੇ ਹੁੰਦੇ ਸੀ ਕਿਹੜੇ ਕੰਜਰ ਵਾਲੇ ਕੰਮ 'ਚ ਪਈ ਹੋਈ ਆ। ਜਿਨ੍ਹਾਂ ਨੂੰ ਐਕਟਿੰਗ ਦਾ ਊੜਾ ਐੜਾ ਵੀ ਨਹੀਂ ਪਤਾ, ਪਰ ਉਹ ਹਾਈਪ ਤੇ ਜਾ ਰਹੇ ਨੇ, ਠੀਕ ਹੈ। ਪਰ ਜਿਹੜੇ ਆਰਟਿਸਟ, ਇੱਕ ਮੰਝੇ ਹੋਏ ਆਰਟਿਸਟ ਜਿਨ੍ਹਾਂ ਨੂੰ ਕਹਿ ਸਕਦੇ ਹੋ, ਘਰੇ ਬੈਠੇ ਨੇ। ਕਿਉਂ? ਕਿਉਂਕਿ ਇੱਥੇ ਸਿਰਫ ਗਰੁੱਪਬਾਜ਼ੀ ਹੋ ਰਹੀ ਹੈ, ਹੋਰ ਕੁਝ ਨਹੀਂ ਹੋ ਰਿਹਾ। ਕਿ ਅਸੀਂ ਕੱਪੜਿਆਂ ਨੂੰ ਲੈ ਕੇ ਜੱਜ ਕਰਨਾ ਸ਼ੁਰੂ ਕਰ ਦਈਏ। ਬਾਕੀ ਰਹੀ ਗੱਲ, ਜੇ ਤੁਸੀਂ ਦੇਖਦੇ ਹੋ ਤਾਂ ਕੁੜੀਆਂ ਦਿਖਾਉਂਦੀਆਂ ਨੇ। ਕੈਫੇ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਮੀਤ ਤੇ ਅੱਜ ਮੇਰੇ ਨਾਲ ਇੱਕ ਅਜਿਹੇ ਆਰਟਿਸਟ ਨੇ ਜਿਨ੍ਹਾਂ ਦੀ ਅਦਾਕਾਰੀ ਤੁਸੀਂ ਫਿਲਮਾਂ ਦੇ ਵਿੱਚ ਤਾਂ ਦੇਖ ਹੀ ਚੁੱਕੇ ਹੋ, ਤੇ ਨਾਲ ਹੀ ਨਾਲ ਉਹ ਗਾਉਂਦੇ ਵੀ ਬਹੁਤ ਸੋਹਣਾ ਨੇ। ਗਾਉਂਦੇ ਤਾਂ ਹੈ ਤੇ ਉਹ ਲਿਖਦੇ ਵੀ ਬਹੁਤ ਸੋਹਣਾ ਨੇ। ਇੱਕ ਅਜਿਹੀ ਕੁੜੀ ਜਦੋਂ ਬੋਲਦੀ ਆ ਤਾਂ ਬਹੁਤ ਬੇਬਾਕ ਹੋ ਕੇ ਬੋਲਦੀ ਆ ਤੇ ਬਹੁਤਿਆਂ ਦੀ ਬੋਲਤੀ ਵੀ ਬੰਦ ਹੋ ਜਾਂਦੀ ਆ। ਸੋ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਾਂਗੀ, ਆਓ ਮਿਲਵਾਉਂਦੇ ਆ ਤੁਹਾਨੂੰ ਉਸ ਆਰਟਿਸਟ ਦੇ ਨਾਲ। ਮੇਰੇ ਨਾਲ ਅੱਜ ਮੌਜੂਦ ਨੇ ਸਟੂਡੀਓ ਦੇ ਵਿੱਚ ਪੂਨਮ ਸੂਦ। ਸੋ ਆਓ ਸਵਾਗਤ ਕਰਦੇ ਹਾਂ ਉਹਨਾਂ ਦਾ। ਨਾ ਸਤਿ ਸ਼੍ਰੀ ਅਕਾਲ ਪੂਨਮ। ਸਤਿ ਸ਼੍ਰੀ ਅਕਾਲ ਜੱਸੀ, ਕੀ ਹਾਲ ਚਾਲ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਹਨਾ ਬਹੁਤਿਆਂ ਇੰਟਰਵਿਊਜ਼ ਦੇ ਵਿੱਚ ਤੁਸੀਂ ਸਿੰਗਿੰਗ ਵੀ ਕੀਤੀ ਹੋਣੀ ਆ, ਹਨਾ ਡਾਇਲੋਗ ਵੀ ਬੋਲੇ ਹੋਣੇ ਆ, ਤਾਂ ਅੱਜ ਸ਼ਾਇਰੀ ਤੋਂ ਸ਼ੁਰੂਆਤ ਹੋ ਜਾਵੇ। ਡੈਫੀਨੇਟਲੀ ਮੈਨੂੰ ਲਿਖਣਾ ਬਹੁਤ ਹੀ ਪਸੰਦ ਹੈ, ਤਾਂ ਆਪਾਂ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਜੀ। ਕਹਿੰਦੇ ਪੱਥਰ ਜਿਹਾ ਹੋ ਕੇ ਜ਼ਿੰਦਗੀ ਨੂੰ ਜਿਉਣਾ ਪੈਂਦਾ, ਨਾਮ ਤਾਂ ਘਰ ਦੇ ਰੱਖ ਦਿੰਦੇ ਨੇ ਪਰ ਬਣਾਉਣਾ ਆਪ ਹੀ ਪੈਂਦਾ, ਆਪ ਹੀ ਪੈਂਦਾ। ਕੀ ਬਾਤ। ਸੋ ਪੂਨਮ, ਆਪਣੇ ਬਾਰੇ ਸਾਨੂੰ ਤੁਸੀਂ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਹੋਰ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆ? ਅੰਮ੍ਰਿਤਸਰ ਮੇਰਾ ਜਨਮ ਹੋਇਆ, ਉਸ ਤੋਂ ਬਾਅਦ ਮੈਂ ਲੁਧਿਆਣਾ ਸਟੱਡੀ ਕੀਤੀ, ਬਠਿੰਡਾ ਵੀ ਰਹੀ। ਵੈਸੇ ਕਹਿੰਦੇ ਹੁੰਦੇ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ, ਜਿੱਦਾਂ ਹੀ ਕੁੜੀਆਂ ਪੈਦਾ ਹੁੰਦੀਆਂ ਨੇ ਤੇ ਘਰ ਦੇ ਕਹਿੰਦੇ ਪਰਾਈਆਂ ਹੋ ਗਈਆਂ, ਕੁੜੀਆਂ ਦਾ ਕੋਈ ਘਰ ਨਹੀਂ ਕਿਹਾ ਜਾਂਦਾ। ਤੇ ਜਦੋਂ ਸਹੁਰੇ ਘਰ ਆਉਂਦੀਆਂ ਨੇ ਤੇ ਕਹਿੰਦੇ ਇਹ ਵੀ ਇਹਦਾ ਘਰ ਨਹੀਂ, ਆਪਣਾ ਪੇਕਾ ਘਰ ਛੱਡ ਕੇ ਆਈ ਹੈ। ਸੋ ਕੁੜੀਆਂ ਦਾ ਕੋਈ ਘਰ ਹੋਇਆ ਹੀ ਨਹੀਂ। ਤਾਂ ਮੈਨੂੰ ਵੀ ਲੱਗਦਾ ਕਿ ਮੇਰਾ ਘਰ ਕਦੀ ਬਠਿੰਡੇ, ਕਦੀ ਮੈਂ ਆਪਣੀ ਮਾਸੀ ਕੋਲ, ਕਦੀ ਭੂਆ ਕੋਲ। ਤੇ ਪਾਪਾ ਐਕਸਪਾਇਰ ਤੋਂ ਬਾਅਦ ਇਹ ਹੁੰਦਾ ਸੀਗਾ ਅੱਛਾ ਕੁਛ ਦਿਨ ਉੱਥੇ ਰਹਿ ਲਿਆ, ਕੁਛ ਦਿਨ ਉੱਥੇ ਰਹਿ ਲੈਂਦੀ ਆ, ਕਿਉਂਕਿ ਕਈ ਵਾਰ ਤੁਹਾਡੀ ਜ਼ਿੰਦਗੀ 'ਚ ਇਹੋ ਜਿਹੇ ਟਰਨ ਆਉਂਦੇ ਨੇ ਹੈ ਨਾ, ਤੁਹਾਨੂੰ ਉਹ ਚੀਜ਼ਾਂ ਤੁਸੀਂ ਸਾਹਮਣਾ ਨਹੀਂ ਕਰ ਪਾਉਂਦੇ। ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ ਦਾ ਉਹ ਪੜਾਅ ਰਿਹਾ, ਕਿਉਂਕਿ ਮਿਡਲ ਕਲਾਸ ਫੈਮਿਲੀ ਦਾ ਇੱਕ ਬੱਚਾ ਜਿਹਨੂੰ ਕੁਝ ਪਤਾ ਹੀ ਨਹੀਂ ਹੈਗਾ ਔਰ ਜਿਹਦੇ ਕੁਛ ਸੁਪਨੇ ਵੀ ਵੱਡੇ ਨਹੀਂ, ਬਸ ਉਹਨੇ ਪੜ੍ਹਨਾ ਵਾ ਜਾਂ ਆਪਣੇ ਘਰ ਦਾ ਕੰਮ ਕਰਨਾ। ਕਿਉਂਕਿ 6 ਸਾਲ ਦੀ ਉਮਰ ਤੋਂ ਲੈ ਕੇ ਮੈਂ ਹੁਣ ਤੱਕ ਕੰਮ ਹੀ ਕਰਦੀ ਆਈ ਹਾਂ। ਬਿਲਕੁਲ। ਤੇ ਪੂਨਮ, ਤੁਹਾਡੇ ਫਾਦਰ ਦੀ ਹਨਾ ਡੈਥ ਬਹੁਤ ਛੋਟੀ ਉਮਰ 'ਚ ਹੋ ਗਈ ਸੀ, ਤੁਸੀਂ ਬਹੁਤ ਛੋਟੇ ਸੀ ਜਦੋਂ ਉਹਨਾਂ ਦੀ ਡੈਥ ਹੋਈ, ਕੈਂਸਰ ਕਰਕੇ ਉਹਨਾਂ ਦੀ ਡੈਥ ਹੋਈ ਹੈ ਨਾ। ਫਿਰ ਉਹ ਟਾਈਮ ਤੁਸੀਂ ਕਿੱਦਾਂ ਮੈਨੇਜ ਕੀਤਾ, ਕੀ ਸਟਰਗਲ ਕੀਤਾ ਤੁਸੀਂ ਤੇ ਤੁਹਾਡੀ ਫੈਮਿਲੀ ਨੇ? ਜਸਟ ਐਕਚੁਅਲੀ ਕਹਿੰਦੇ ਹੁੰਦੇ ਨਾ, ਜਦੋਂ ਤੁਸੀਂ ਇਹੋ ਜਿਹੇ ਜ਼ਖਮ ਛੇੜ ਲੈਂਦੇ ਨਾ ਤਾਂ ਬੰਦਾ ਕਾਫੀ ਚੀਜ਼ ਇਮੋਸ਼ਨਲ ਹੋ ਜਾਂਦਾ ਆਪਣੀ ਲਾਈਫ 'ਚ। ਬਿਲਕੁਲ। ਜਦੋਂ ਮੇਰੇ ਪਾਪਾ ਨੂੰ ਕੈਂਸਰ ਸੀਗਾ ਮੈਨੂੰ ਲੱਗਦਾ ਮੈਂ ਆਪਣੀ ਹੱਥੀਂ ਆਪਣੇ ਘਰ ਦੇ ਭਾਂਡੇ ਵੀ ਵੇਚੇ ਹੋਏ ਨੇ ਔਰ ਉਹ ਵੇਚ ਕੇ ਸ਼ਾਇਦ ਆਟਾ ਵੀ ਪੂਰਾ ਨਹੀਂ ਸੀ ਪੈਂਦਾ ਹੁੰਦਾ। ਤੇ ਮੰਮੀ ਨੇ ਕਹਿਣਾ ਕਿ ਨਹੀਂ ਤੁਸੀਂ ਚਾਰੇ ਜਾਣੇ ਰੋਟੀ ਖਾ ਲਓ ਔਰ ਮੈਂ ਭੁੱਖੀ ਸੋ ਜਾਂਦੀ ਹਾਂ। ਤਾਂ ਐਕਚੁਅਲੀ ਉਹ ਟਾਈਮ ਬਹੁਤ ਟਫ ਸੀਗਾ ਮੇਰੇ ਲਈ। ਫਿਰ ਵੀ ਮੰਮਾ ਨੇ ਇੱਕ ਚੀਜ਼ ਸਿਖਾਈ ਕਿ ਪੁੱਤਰ ਕਿਸੇ ਤੋਂ ਮੰਗਣਾ ਨਹੀਂ ਹੈ, ਹੱਥ ਨਹੀਂ ਅੱਡਣਾ। ਘਰੇ ਤੁਸੀਂ ਭੁੱਖੇ ਹੋ ਪਰ ਬਾਹਰ ਜਾ ਕੇ ਕਦੀ ਨਹੀਂ ਦੱਸਣਾ ਕਿ ਤੁਸੀਂ ਭੁੱਖੇ ਹੋ, ਤੁਸੀਂ ਰੱਜ ਕੇ ਆਏ ਹੋ ਹਮੇਸ਼ਾ। ਤਾਂ ਉਹ ਚੀਜ਼ਾਂ ਹਮੇਸ਼ਾ ਅਪਲਾਈ ਕੀਤੀਆਂ। ਪਰ ਮੈਨੂੰ ਅੱਜ ਲੱਗਦਾ ਕਦੀ ਵੀ ਕੋਈ ਇਨਸਾਨ ਦੁਖੀ ਹੋਵੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਨਹੀਂ, ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਆ। ਉਹ ਉਸ ਦੌਰ 'ਚੋਂ ਨਾ ਨਿਕਲੇ ਜਿਸ ਦੌਰ 'ਚੋਂ ਮੈਂ ਨਿਕਲੀ। ਬਿਲਕੁਲ ਬਿਲਕੁਲ। ਤੇ ਫਿਰ ਇਸ ਲਾਈਨ ਦੇ ਵਿੱਚ ਤੁਹਾਡੀ ਸ਼ੁਰੂਆਤ ਕਿੱਦਾਂ ਹੋਈ? ਉਹ ਵੀ ਕਹਿ ਸਕਦੇ ਹਾਂ ਕੋਈ ਇਨਸੀਡੈਂਸ ਸੀਗਾ ਮੇਰੇ ਲਈ, ਕਿਉਂਕਿ ਇੱਕ ਛੋਟੇ ਜਿਹੇ ਬੱਚੇ ਦੇ ਸੁਪਨੇ ਬਹੁਤ ਵੱਡੇ ਹੁੰਦੇ ਆ। ਕਿਉਂਕਿ ਮੈਂ ਵੀ ਚਾਹੁੰਦੀ ਸੀ ਕਿ ਮੈਂ ਆਪਣੀ ਫੈਮਿਲੀ ਲਈ ਕੁਝ ਕਰਾਂ, ਕਿਉਂਕਿ ਪਾਪਾ ਦੀ ਬਿਮਾਰੀ 'ਤੇ ਸਭ ਕੁਝ ਵਿਕ ਚੁੱਕਿਆ ਸੀ ਆਲਰੇਡੀ, ਘਰ ਵੀ ਚਲਾ ਗਿਆ, ਇੱਥੋਂ ਤੱਕ ਕਿ ਅਸੀਂ ਰੈਂਟ ਦੇ ਮਕਾਨ 'ਤੇ ਰਹਿੰਦੇ ਸੀਗੇ ਤਾਂ ਕਿਰਾਇਆ ਵੀ ਨਹੀਂ ਸੀ ਦੇ ਹੁੰਦਾ। ਫਿਰ ਪਾਰਟ ਟਾਈਮ ਜੋਬ ਕਰਨੀ ਸ਼ੁਰੂ ਕੀਤੀ ਕਿ ਕੁਛ ਨਾ ਕੁਛ ਕਰ ਲਾਂ। ਤਾਂ ਮੇਰੇ ਮੰਮਾ ਕਢਾਈ ਕਰਦੇ ਹੁੰਦੇ ਸੀਗੇ, ਜਿੱਦਾਂ ਦਸੂਤੀ ਕੱਢਣੀ ਜਾਂ ਫਿਰ ਸਵੈਟਰ ਲਿਆ ਕੇ। ਤਾਂ ਮੈਂ ਤਕਰੀਬਨ ਸਾਈਕਲ 'ਤੇ 10 ਤੋਂ 15 ਕਿਲੋਮੀਟਰ ਜਾਂਦੀ ਹੁੰਦੀ ਸੀਗੀ, ਸਾਈਕਲ 'ਤੇ ਐਡਾ ਵੱਡਾ ਬੋਰਾ ਚੱਕਣਾ। ਤਾਂ ਫਿਰ ਲੈ ਕੇ ਆਉਣਾ ਤਾਂ ਮੰਮਾ ਨੇ ਮੈਨੂੰ 5 ਰੁਪਏ ਦੇਣੇ। ਫਿਰ ਮੈਂ ਉਹ 5 ਰੁਪਏ ਨੂੰ ਜੋੜਨਾ ਹੈ ਨਾ, ਕਿ ਮੈਂ ਮਹੀਨਾ ਇਹਨੂੰ ਜੋੜਨਾ, ਕਿਉਂਕਿ ਕਈ ਵਾਰ ਕੀ ਹੁੰਦਾ ਸੀ ਸਾਈਕਲ ਪੈਂਚਰ ਹੋ ਜਾਂਦਾ ਸੀ। ਤਾਂ ਫਿਰ ਮੰਮੀ ਤੋਂ ਮੰਗੇ ਨਹੀਂ ਸੀ ਜਾਂਦੇ ਪੈਸੇ, ਕਿਉਂਕਿ ਪਤਾ ਸੀ ਘਰ ਦੀ ਸਿਚੁਏਸ਼ਨ ਇੱਦਾਂ ਦੀ ਆ। ਉਸ ਤੋਂ ਬਾਅਦ ਮੰਮੀ ਨੇ ਰਾਤ ਨੂੰ ਜਾਣੀ ਕਿ ਬਿਜਲੀ ਦਾ ਬਿੱਲ ਨਾ ਆ ਜੇ ਤਾਂ ਉਹਨਾਂ ਨੇ ਮੋਮਬੱਤੀ ਲਾ ਕੇ ਕਢਾਈ ਕੱਢਣੀ ਕਿ ਮੇਰੇ ਬੱਚੇ ਪੜ੍ਹ ਲਿਖ ਜਾਣ, ਇਹਨਾਂ ਨੂੰ ਰੋਟੀ ਮਿਲ ਜੇ। ਸੋ ਜੋ ਮੇਰੀ ਮਦਰ ਨੇ ਸੈਕਰੀਫਾਈਸ ਕੀਤਾ ਆਪਣੀ ਲਾਈਫ ਨਾਲ ਜਾਂ ਬੱਚਿਆਂ ਨੂੰ ਲੈ ਕੇ, ਤਾਂ ਉਹਨਾਂ ਦਾ ਦੇਣਾ ਤਾਂ ਅਸੀਂ ਕਦੀ ਦੇ ਹੀ ਨਹੀਂ ਸਕਦੇ।
ਬਾਕੀ ਰਹੀ ਇਸ ਲਾਈਨ 'ਚ ਜਦੋਂ ਮੈਂ ਆਈ ਤਾਂ ਮੈਨੂੰ ਵੀ ਲੱਗਦਾ ਸੀਗਾ ਕਿ ਸਾਡਾ ਵੀ ਇੱਕ ਫਰਜ਼ ਬਣਦਾ, ਕਿਉਂਕਿ ਜੇ ਅੱਜ ਦੇ ਯੂਥ ਨੂੰ ਦੇਖੇ ਤਾਂ ਅੱਜ ਕੱਲ੍ਹ ਮੈਂ ਕੁਝ ਪੋਸਟਾਂ ਦੇਖਦੀ ਹਾਂ ਕਿ ਮਾਂ-ਬਾਪ ਨੂੰ ਬੱਚੇ ਘਰੋਂ ਬਾਹਰ ਕੱਢ ਦਿੰਦੇ ਨੇ। ਬਿਲਕੁਲ। ਤਾਂ ਸਾਡੇ ਛੋਟੇ ਹੁੰਦਿਆਂ ਤੋਂ ਹੀ ਮੇਰੇ ਬ੍ਰਦਰ ਦੇ ਹੋ ਗਏ, ਮੇਰੇ ਹੋ ਗਏ, ਸਾਰਿਆਂ ਦੇ ਸੁਪਨੇ ਸੀਗੇ ਕਿ ਅਸੀਂ ਆਪਣੀ ਮੰਮੀ ਨੂੰ ਘਰ ਬਣਾ ਕੇ ਦੇਣਾ। ਓਕੇ। ਤਾਂ ਮੈਨੂੰ ਲੱਗਿਆ ਕਿ ਮੈਨੂੰ ਕੁਝ ਕਰਨਾ ਚਾਹੀਦਾ ਤੇ ਮੈਂ ਭੰਗੜੇ ਦੀ ਕੋਚ ਰਹੀ ਹਾਂ ਹਮੇਸ਼ਾ ਹੀ। ਮੈਂ ਭੰਗੜੇ 'ਚ ਹਮੇਸ਼ਾ ਅੱਵਲ ਰਹੀ, ਤਾਂ ਪੜ੍ਹਾਈ 'ਚ ਤਾਂ ਮੈਂ ਥੋੜ੍ਹਾ ਪਿੱਛੇ ਹੀ ਰਹਿੰਦੀ ਸੀ। ਤਾਂ ਮੈਂ ਨੱਚਦੀ ਗਾਉਂਦੀ, ਤਾਂ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਪਾਰਟ ਟਾਈਮ ਇੱਕ ਸਕੂਲ 'ਚ ਆਣ ਕੇ ਤੁਸੀਂ ਨਾ ਭੰਗੜਾ ਸਿਖਾ ਦਿਆ ਕਰੋ ਬੱਚਿਆਂ ਨੂੰ, ਐਨੂਅਲ ਫੰਕਸ਼ਨ ਸੀਗਾ ਕਿ ਤੁਸੀਂ ਕਰਾ ਦਿਓ। ਮੈਂ ਕਿਹਾ ਠੀਕ ਹੈ। ਮੈਨੂੰ ਕੁਝ ਮਿਲਦੇ ਹੁੰਦੀ ਸੀ ਪੇਮੈਂਟ ਮਹੀਨੇ ਦੀ ਮੰਥਲੀ, ਤਾਂ ਮੈਨੂੰ ਇਹ ਹੁੰਦਾ ਸੀ ਚਲੋ ਘਰ ਦਾ ਗੁਜ਼ਾਰਾ ਕੁਝ ਹੋ ਜਾਂਦਾ ਤੇ ਸ਼ਾਮ ਨੂੰ ਜਾ ਕੇ ਮੰਮੀ ਨਾਲ ਕੋਟੀਆਂ ਕੱਢਣੀਆਂ ਤੇ ਉਹਦੇ ਨਾਲ ਕੀ ਹੁੰਦਾ ਸੀ, ਥੋੜ੍ਹੀ ਜਿਹੀ ਇਨਕਮ ਇਹ ਹੋ ਜਾਂਦੀ ਸੀ ਕਿ ਚਲੋ ਕੁਝ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀਗਾ। ਤੇ ਜਦੋਂ ਇੱਕ ਦਿਨ ਜਦੋਂ ਐਨੂਅਲ ਫੰਕਸ਼ਨ ਤੇ ਛੋਟੇ ਛੋਟੇ ਬੱਚਿਆਂ ਨੇ, ਉਦੋਂ 20-26 ਜਨਵਰੀ ਸੀ ਤੇ ਅੱਜ 20-26 ਜਨਵਰੀ ਆ, ਤੇ ਅੱਜ ਮੈਂ ਉਸੇ ਦੌਰ ਨੂੰ ਯਾਦ ਕਰ ਰਹੀ ਸੀ ਸਵੇਰੇ ਵੀ ਕਿ ਉਦੋਂ ਮੈਂ ਬੱਚਿਆਂ ਨੂੰ ਗਾਣਾ ਕਰਵਾਇਆ ਸੀਗਾ ਇੱਕ, ਤੇ ਹਮ ਹੈ ਹਿੰਦੁਸਤਾਨੀ। ਤਾਂ ਉਦੋਂ ਇੱਕ ਡਾਇਰੈਕਟਰ ਸੀਗੇ ਮਨਦੀਪ ਜਗਰਾਉਂ ਤੋਂ, ਤਾਂ ਉਹਨਾਂ ਨੇ ਉਹ ਚੀਫ ਗੈਸਟ ਸੀਗੇ। ਜਦੋਂ ਉਹਨਾਂ ਨੇ ਬੱਚਿਆਂ ਨੂੰ ਦੇਖਿਆ ਭੰਗੜਾ ਪਾਉਂਦੇ ਕਿ 3-3 4-4 ਸਾਲ ਦੇ ਬੱਚਿਆਂ ਨੇ ਕਪਲ ਬਣ ਕੇ ਹੈ ਨਾ ਭੰਗੜਾ ਇੰਨਾ ਸੋਹਣਾ ਪਾਇਆ ਹੈ ਨਾ, ਇਹ ਕਰਵਾਇਆ ਕਿੰਨੇ ਆ। ਤੇ ਜਦੋਂ ਉਹਨਾਂ ਨੇ ਮੈਨੂੰ ਸਟੇਜ ਤੇ ਬੁਲਾਇਆ ਤਾਂ ਉਹਨਾਂ ਨੇ ਕਿਹਾ ਕਿ ਕੱਲ ਸਾਡਾ ਸ਼ੂਟ ਆ, ਤੁਸੀਂ ਆਣ ਕੇ ਸਾਡੀ ਆਰਟਿਸਟ ਨੂੰ ਕੋਰੀਓਗ੍ਰਾਫ ਕਰੋਗੇ ਤੇ ਅਸੀਂ ਤੁਹਾਨੂੰ 3000 ਦੇਵਾਂਗੇ। ਦੈਨ ਕਿ ਮੇਰੇ ਲਈ ਇੱਕ ਉਹ ਕਹਿੰਦੇ ਹੁੰਦੇ ਨਾ ਕਿ 3000 ਜਿਹੜੇ ਬੰਦੇ ਨੇ 3000 ਇੱਕ ਮਹੀਨੇ 'ਚ ਕਮਾਉਣਾ, ਤੇ ਮੇਰੇ ਲਈ ਇੱਕ ਦਿਨ 'ਚ 3000 ਰੁਪਇਆ ਮਿਲ ਰਿਹਾ ਸੀ। ਤਾਂ ਮੇਰੇ ਲਈ ਉਹ ਦਿਨ ਇੱਦਾਂ ਦਾ ਸੀਗਾ, ਮੈਂ ਉਹਨਾਂ ਨੂੰ ਹਾਂ ਤਾਂ ਕਰ ਬੈਠੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸੈੱਟ 'ਤੇ ਹੁੰਦਾ ਕੀ ਆ, ਕੀ ਹੋ ਸਕਦਾ। ਠੀਕ ਹੈ, ਉਹ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਮੈਂ 3000 'ਚ ਮੈਨੂੰ ਲੱਗਦਾ ਮੈਂ ਕਿੰਨੇ ਹੀ ਸੁਪਨੇ ਸਜਾ ਲਏ ਹੋਣੇ ਆ ਕਿ ਮੈਂ ਐਂ ਕਰ ਦੂੰਗੀ, ਮੈਂ ਮੰਮੀ ਲਈ ਇਹ ਲੈ ਕੇ ਜਾਊਂਗੀ, ਮੈਂ ਆਪਣੇ ਛੋਟੇ ਭੈਣ ਭਰਾ ਲਈ ਇਹ ਲੈ ਕੇ ਜਾਊਂਗੀ, ਦੀਦੀ ਲਈ ਆਹ ਲੈ ਕੇ ਜਾਊਂਗੀ। ਸੋ ਬੜੇ ਸੁਪਨੇ ਹੋ ਗਏ। ਸਵੇਰੇ ਜਿੱਦਾਂ ਹੀ ਬਸ ਫਟਾਫਟ ਮੇਰੀ ਯਾਨੀ ਕਿ ਉਹੀ ਹੋ ਗਿਆ ਕਿ ਮੈਂ ਥੋੜ੍ਹੀ ਦੇਰ ਬਾਅਦ ਉੱਠ ਜਾਂਦੀ ਸੀ, ਅੱਛਾ ਦਿਨ ਤਾਂ ਨਹੀਂ ਚੜ੍ਹ ਗਿਆ, ਥੋੜ੍ਹੀ ਦੇਰ ਬਾਅਦ ਉੱਠ ਜਾਣਾ, ਦਿਨ ਤਾਂ ਨਹੀਂ ਚੜ੍ਹ ਗਿਆ। ਐਕਸਾਈਟਮੈਂਟ 'ਚ ਨੀਂਦ ਹੀ ਨਹੀਂ ਆ ਰਹੀ ਸੀ। ਪਰ ਜਿੱਦਾਂ ਹੀ ਮੈਂ ਸੈੱਟ 'ਤੇ ਪਹੁੰਚੀ ਤੇ ਮੈਂ ਕੋਸ਼ਿਸ਼ ਕੀਤੀ, ਜਿਹੜੀ ਲੜਕੀ ਮਾਡਲ ਸੀਗੀ ਮੈਂ ਉਹਨੂੰ ਕਾਫੀ ਕਰਵਾਉਣ ਦੀ ਐਕਸ਼ਨ ਕੋਸ਼ਿਸ਼ ਕੀਤੀ, ਪਰ ਉਹਨਾਂ ਤੋਂ ਹੋਇਆ ਨਹੀਂ। ਓਕੇ। ਤਾਂ ਫਿਰ ਕਹਿ ਕਰਾ ਕੇ ਜਦੋਂ ਕੈਮਰਾ ਮੇਰੇ ਫੇਸ ਤੇ ਆਇਆ ਕਿ ਯਾਰ ਇਹ ਕੁੜੀ ਦੀ ਲੁੱਕ ਬਹੁਤ ਸੋਹਣੀ ਆ, ਤੇ ਇਹਨੂੰ ਹੀ ਆਪਾਂ ਇਹਦਾ ਮੇਕਅਪ ਕਰਦੇ ਹਾਂ ਤੇ ਇਹਨਾਂ ਨੂੰ ਹੀ ਆਪਾਂ ਗਾਣੇ 'ਚ ਲੈ ਲੈਂਦੇ ਹਾਂ। ਓਕੇ। ਉਸ ਟਾਈਮ ਤੇ ਵਾਕਈ ਮੈਨੂੰ ਲੱਗਿਆ ਕਿ ਯਾਰ ਕੈਮਰੇ ਲਈ ਤਾਂ ਮੈਂ ਕਦੀ ਬਣੀ ਹੋਈ ਨਹੀਂ ਹੈਗੀ, ਕਿਉਂਕਿ ਕਦੀ ਸਭ ਅਸੀਂ ਦੇਖਦੇ ਸੀ ਆਰਟਿਸਟ ਜਿਹੜੇ ਹੁੰਦੇ ਉਹ ਕੈਮਰੇ ਤੇ ਬਹੁਤ ਸੋਹਣੇ ਲੱਗਦੇ ਆ, ਤੇ ਆਪਣੇ ਆਪ ਨੂੰ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਅਸੀਂ ਆਰਟਿਸਟ ਵਾਲਾ ਕੰਮ ਕਦੀ ਕਰ ਸਕਾਂਗੇ। ਤੇ ਜਦੋਂ ਉਹਨਾਂ ਨੇ ਮੇਰੇ ਤੋਂ ਗਾਣਾ ਕਰਾਇਆ ਤਾਂ ਉਹ ਗਾਣਾ ਤਾਂ ਨਹੀਂ ਆਇਆ, ਪਰ ਉਹਨਾਂ ਨੇ ਉਸੇ ਦਿਨ ਮੇਰੇ ਤੋਂ 2 ਗਾਣੇ ਕਰਾਏ ਸੀ। ਉਦੋਂ ਮਿਸ ਪੂਜਾ ਦਾ ਦੌਰ ਬੜਾ ਵਧੀਆ ਸੀਗਾ, ਤਾਂ ਉਹਨਾਂ ਦਾ ਸੈਡ ਗਾਣਾ ਸੀ ਹੁਣ ਕਾਲਜ ਕਿਉਂ ਆਉਣੋਂ ਹਟ ਗਈ, ਸੋਹਣਾ ਮੁਖੜਾ ਦਿਖਾਣੋਂ ਹਟ ਗਈ, ਔਰ ਮੇਰੇ ਨਾਲ ਸੀ ਪਹਿਲੇ ਵਾਰ ਹੀ ਨਵੀ ਭੰਗੂ। ਉਹ ਉਦੋਂ ਬੜੇ ਫੇਮਸ ਹੁੰਦੇ ਸੀ ਐਕਟਰ, ਤੇ ਮੇਰੀ ਨਾ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਕਿ ਐਡੇ ਵੱਡੇ ਐਕਟਰ ਨਾਲ ਮੈਂ ਕੰਮ ਕਰ ਰਹੀ ਹਾਂ। ਬਿਲਕੁਲ। ਤੇ ਪਰ ਹੁਣ ਇੱਕ ਹੋਰ ਡਰ ਪੈ ਗਿਆ ਕਿ ਘਰੇ ਜਾ ਕੇ ਛੱਤਰ ਉਹ ਪੈਣੇ ਕਿ ਜੇ ਗਾਣਾ ਚੱਲ ਗਿਆ ਜਾਂ ਗਾਣਾ ਇਹ ਟੀਵੀ ਤੇ ਆ ਗਿਆ ਤਾਂ ਬਹੁਤ ਕੁੱਟ ਪੈਣ ਵਾਲੀ ਆ। ਤਾਂ ਇਹ ਚੀਜ਼ਾਂ ਫਿਰ ਮੈਂ ਕਾਫੀ ਦੇਰ ਛੁਪਾ ਕੇ ਵੀ ਰੱਖੀਆਂ ਘਰਦਿਆਂ ਤੋਂ ਕਿ ਉਹਨਾਂ ਨੇ ਕਹਿਣਾ ਇਹ ਨਾ ਜਮਾਂ ਹੀ ਤੇਰੇ ਵਰਗੀ ਲੱਗਦੀ ਆ ਕੁੜੀ। ਮੈਂ ਪਰ ਉਹ ਗੋਰੀ ਕਿੰਨੀ ਆ ਇਹ ਨਹੀਂ ਪਤਾ ਮੇਕਅਪ ਕਰਕੇ ਮੈਂ ਹੀ ਖੜੀ ਹਾਂ ਤੇ ਮੈਂ ਹੀ ਖੜੀ ਹਾਂ। ਤਾਂ ਕਾਫੀ ਚੀਜ਼ਾਂ ਇਦਾਂ ਦੀਆਂ ਹੋਈਆਂ ਲਾਈਫ 'ਤੇ, ਤੇ ਇੱਥੋਂ ਮੇਰੀ ਸ਼ੁਰੂਆਤ ਹੋ ਗਈ। ਬਿਲਕੁਲ। ਤੇ ਫਿਰ ਜਦੋਂ ਘਰਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਿਆ ਸੀਗਾ ਫਿਰ ਉਹਨਾਂ ਦਾ ਕੀ ਰਿਐਕਸ਼ਨ ਸੀਗਾ? ਐਕਚੁਅਲੀ ਕਹਿੰਦੇ ਹੁੰਦੇ ਨਾ ਮੇਰੇ ਜ਼ਿਆਦਾ ਤਾਂ ਨਹੀਂ, ਮੇਰੀ ਨਾਨੀ ਹੋ ਗਏ, ਉਹਨਾਂ ਨੇ ਕਿਹਾ ਕਿ ਨਹੀਂ ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ, ਕੰਮ ਮਾੜਾ ਹੈ, ਇਹ ਨਹੀਂ ਹੈ। ਪਰ ਮੈਨੂੰ ਲੱਗਦਾ ਸੀਗਾ ਕਿ ਨਹੀਂ, ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ, ਮੈਨੂੰ ਇੱਕ ਮੌਕਾ ਰੱਬ ਨੇ ਦਿੱਤਾ ਤਾਂ ਮੈਂ ਅੱਗੇ ਵਧਣਾ। ਪਰ ਮੇਰੀ ਮੰਮਾ ਨੇ, ਮੇਰੇ ਸਿਸਟਰ ਸੋਨਮ ਨੇ, ਮੇਰੀ ਫੈਮਿਲੀ ਨੇ ਮੈਨੂੰ ਫੁੱਲ ਸਪੋਰਟ ਕੀਤਾ ਕਿ ਨਹੀਂ ਸਾਡਾ ਬੱਚਾ ਠੀਕ ਹੈ, ਇਹ ਕਰੂਗਾ ਕੰਮ। ਬਿਲਕੁਲ। ਤੇ ਜਿੱਦਾਂ ਤੁਸੀਂ ਪੂਨਮ ਗੱਲ ਕੀਤੀ ਕਿ ਹਨਾ ਕਹਿੰਦੇ ਕਿ ਕੁੜੀਆਂ ਦੇ ਲਈ ਇਹ ਲਾਈਨ ਸੇਫ ਨਹੀਂ ਹੈ, ਜੀ। ਇਹ ਚੀਜ਼ ਕਿਤੇ ਨਾ ਕਿਤੇ ਤੁਸੀਂ ਵੀ ਮੰਨਦੇ ਹੋ ਕਿ ਵਾਕਿਆ 'ਚ ਇਹ ਲਾਈਨ ਕੁੜੀਆਂ ਵਾਸਤੇ ਸੇਫ ਨਹੀਂ ਹੈਗੀ? ਦੇਖੋ ਜੀ, ਮੈਂ ਇੱਕ ਗੱਲ ਕਹਿ ਸਕਦੀ ਹਾਂ, ਜੇ ਕੁੜੀਆਂ ਸਹੀ ਹੋਣ ਨਾ ਤਾਂ ਸਭ ਕੁਝ ਸਹੀ ਆ। ਅੱਜ ਕੱਲ੍ਹ ਤਾਂ ਕਹਿੰਦੇ ਕਿ ਜੇ ਤੁਸੀਂ ਹੱਥ ਫੜਾਓਗੇ ਅਗਲਾ ਬਾਂਹ ਤਾਂ ਫੜੂਗਾ ਹੀ। ਔਰ ਯੂ ਨੋ ਵੈਰੀ ਵੈਲ ਕਿ ਅੱਜ ਕੱਲ੍ਹ ਦੌਰ ਕਿੱਦਾਂ ਚੱਲ ਰਿਹਾ, ਕੁਛ ਇੱਦਾਂ ਦੇ ਆਰਟਿਸਟ ਵੀ ਆ ਰਹੀਆਂ, ਮੈਂ ਡਾਇਰੈਕਟਲੀ ਬੋਲ ਰਹੀ ਹਾਂ, ਜਿਨ੍ਹਾਂ ਨੂੰ ਐਕਟਿੰਗ ਦਾ ਊੜਾ ਐੜਾ ਵੀ ਨਹੀਂ ਪਤਾ, ਪਰ ਉਹ ਹਾਈਪ 'ਤੇ ਜਾ ਰਹੇ ਨੇ। ਠੀਕ ਹੈ, ਪਰ ਜਿਹੜੇ ਆਰਟਿਸਟ ਇੱਕ ਮੰਝੇ ਹੋਏ ਆਰਟਿਸਟ ਜਿਨ੍ਹਾਂ ਨੂੰ ਕਹਿ ਸਕਦੇ ਹੋ ਘਰੇ ਬੈਠੇ ਨੇ, ਕਿਉਂ? ਇਹ ਤਾਂ ਮੈਂ ਇੰਡਸਟਰੀ ਨੂੰ ਹਮੇਸ਼ਾ ਪੁੱਛਦੀ ਹਾਂ ਕਿ ਤੁਸੀਂ ਜਵਾਬ ਦਿਓ, ਕਿਉਂ? ਬਿਲਕੁਲ। ਉਹਨਾਂ ਨੂੰ ਕੰਮ ਕਿਉਂ ਨਹੀਂ ਮਿਲ ਰਿਹਾ? ਕਾਫੀ ਆਰਟਿਸਟਾਂ ਦੀਆਂ ਮੈਂ ਸਟੋਰੀਆਂ ਹੁਣ ਵਾਇਰਲ ਹੁੰਦੀਆਂ ਦੇਖਦੀ ਹਾਂ ਜੀ, ਵਿਚਾਰੇ ਰੇਹੜੀਆਂ ਲਾ ਰਹੇ ਆ, ਹੈ ਨਾ, ਜਿਹੜੇ ਬਹੁਤ ਵੱਡੇ ਸਿੰਗਰ ਰਹੇ ਆ, ਬਹੁਤ ਵੱਡੇ ਰਾਈਟਰ ਰਹੇ ਆ, ਕਿ ਉਹਨਾਂ ਲਈ ਸਾਡੀ ਜਿਹੜੀ ਇੱਕ ਸੁਸਾਇਟੀ ਬਣ ਚੁੱਕੀ ਆ ਫਿਲਮੀ ਲਾਈਨ ਦੀ, ਉਹ ਕੁਝ ਵੀ ਨਹੀਂ ਕਰ ਰਹੀ। ਬਿਲਕੁਲ। ਸੋ ਇੱਥੇ ਥੋੜਾ ਦੁੱਖ ਜ਼ਰੂਰ ਹੁੰਦਾ ਕਿ ਅੱਛੇ ਆਰਟਿਸਟਾਂ ਨੂੰ ਕੰਮ ਨਹੀਂ ਮਿਲ ਰਿਹਾ, ਕਿਉਂਕਿ ਇੱਥੇ ਸਿਰਫ ਗਰੁੱਪਬਾਜ਼ੀ ਹੋ ਰਹੀ ਹੈ, ਹੋਰ ਕੁਝ ਨਹੀਂ ਹੋ ਰਿਹਾ। ਬਿਲਕੁਲ। ਤੇ ਕਦੇ ਇਦਾਂ ਵੀ ਹੁੰਦਾ ਹੈ ਨਾ ਕਿ ਜਦੋਂ
ਕਹਿ ਦਈਏ ਕਿ ਕੋਈ ਕੁੜੀ ਨਿਕਲਦੀ ਆ ਹਨਾ, ਵਧੀਆ ਕੰਮ ਕਰਦੀ ਹੈ, ਸਪੈਸ਼ਲੀ ਜਿਨ੍ਹਾਂ ਦੇ ਸਿਰ ਤੇ ਫਾਦਰ ਦਾ ਹੱਥ ਨਹੀਂ ਹੁੰਦਾ ਹਨਾ, ਤਾਂ ਸ਼ਰੀਕੇ ਵਾਲੇ ਤੇ ਆਂਢ ਗੁਆਂਢ ਵਾਲੇ ਵੀ ਬੜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਤੁਸੀਂ ਕੁੜੀ ਨੂੰ ਕਿਹੜੇ ਕੰਮਾਂ ਦੇ ਵਿੱਚ ਪਾ ਦਿੱਤਾ। ਤੇ ਤੁਹਾਡੇ ਨਾਲ ਵੀ ਇਦਾਂ ਦਾ ਕੋਈ ਐਕਸਪੀਰੀਅੰਸ ਹੋਇਆ ਆ? ਡੈਫੀਨੇਟਲੀ ਸਿੱਧਾ ਕਹਿੰਦੇ ਹੁੰਦੇ ਸੀ ਕਿਹੜੇ ਕੰਜਰ ਵਾਲੇ ਕੰਮ 'ਚ ਪਈ ਹੋਈ ਆ। ਤਾਂ ਉਹਨਾਂ ਨੇ ਕਹਿਣਾ ਇਹਨੂੰ ਤੁਸੀਂ ਘਰੋਂ ਬਾਹਰ ਕੱਢਿਆ ਵਾ, ਹੁਣ ਇਹ ਹੱਥ ਨਹੀਂ ਆਉਣ ਵਾਲੀ, ਕਿਉਂਕਿ ਨੈਚੁਰਲੀ ਗੱਲ ਹੈ ਕਿ ਜਿਸ ਬੱਚੇ ਨੂੰ ਪਤਾ ਹੀ ਨਹੀਂ ਜ਼ਿੰਦਗੀ ਹੈ ਕੀ। ਔਰ ਇੱਕ ਟਾਈਮ ਹੁੰਦਾ ਸੀ ਜਦੋਂ ਮੈਂ ਲੰਬੇ ਲੰਬੇ ਸੂਟ ਪਾਏ ਹੁੰਦੇ ਸੀ, ਜੂੜਾ ਕੀਤਾ ਹੁੰਦਾ ਸੀ ਹੈ ਨਾ, ਡਰੈਸਿੰਗ ਸੈਂਸ ਦਾ ਕੁਝ ਨਹੀਂ ਪਤਾ ਹੁੰਦਾ ਸੀ। ਹੁਣ ਵੀ ਆ ਕੇ ਅਗਰ ਤੁਸੀਂ ਕਦੀ ਵੀ ਮੇਰੀ ਵੈਬਸਾਈਟ 'ਤੇ, ਮੈਨੂੰ ਨਹੀਂ ਆਉਂਦਾ ਨਾ ਜ਼ਿਆਦਾ ਮੈਂ ਮੇਕਅਪ ਕਰਦੀ ਹਾਂ, ਨਾ ਮੈਨੂੰ ਇਹ ਹੁੰਦਾ ਕਿ ਚਲੋ ਜਿੰਨਾ ਕਿ ਕੁੜਤਾ ਪਜਾਮਾ ਪਾਇਆ ਜਾਂ ਆਪਣਾ ਲੋਅਰ ਪਾਈ, ਠੀਕ ਹੈ ਜੀ, ਟੀ-ਸ਼ਰਟ ਪਾਈ ਤੇ ਠੀਕ ਆ, ਆਪਾਂ ਇੱਦਾਂ ਹੀ ਕੰਫਰਟੇਬਲ ਆ। ਤਾਂ ਹੁਣ ਜਾ ਕੇ ਥੋੜ੍ਹਾ ਜਿਹਾ 10-12 ਸਾਲਾਂ ਬਾਅਦ ਜਾ ਕੇ ਪਤਾ ਲੱਗਿਆ ਕਿ ਨਹੀਂ, ਡਰੈਸਿੰਗ ਸੈਂਸ ਵੀ ਕੁਝ ਹੁੰਦੀ ਹੈ, ਇਹਨੂੰ ਕੈਰੀ ਕਰ ਲਿਆ ਕਰੋ। ਔਰ ਹੁਣ ਜਾ ਕੇ ਥੋੜਾ ਮੋਟਾ ਮੈਨੂੰ ਹੁਣ ਜਾ ਕੇ ਕਹਿ ਸਕਦੇ, ਜੇ ਅੱਜ ਕੱਲ੍ਹ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਇੰਨੇ ਕਿ ਹੁਣ ਹਜੇ 16-17 ਸਾਲਾਂ ਦੇ ਨਹੀਂ ਹੋਏ ਹੁੰਦੇ, ਤਾਂ ਉਹਨਾਂ ਦਾ ਡਰੈਸਿੰਗ ਸੈਂਸ, ਉਹਨਾਂ ਨੇ ਆਪਣੀਆਂ ਪ੍ਰੋਫਾਈਲ ਇੰਨੀਆਂ ਮੇਨਟੇਨ ਕੀਤੀਆਂ ਹੋਈਆਂ ਨੇ। ਮੈਨੂੰ ਲੱਗਦਾ ਮੈਨੂੰ ਹੁਣ ਜਾ ਕੇ ਇੰਸਟਾਗ੍ਰਾਮ ਚਲਾਉਣਾ ਆਇਆ। ਓਕੇ, 10-12 ਸਾਲਾਂ ਬਾਅਦ ਹੁਣ ਜਾ ਕੇ ਮੈਨੂੰ ਉਹ ਵੀ ਸਾਰਿਆਂ ਨੇ ਕਹਿਣਾ, ਪੂਨਮ ਤੂੰ ਥੋੜਾ ਜਿਹਾ ਤਾਂ ਐਕਟਿਵ ਹੋ ਜਾ ਕਰ। ਅੱਛਾ ਠੀਕ ਹੈ, ਮੈਂ ਐਕਟਿਵ ਹੁੰਦੀ ਹਾਂ, ਪਰ ਸਮਝ ਨਹੀਂ ਆਣਾ ਕਰਾਂਗੀ ਇਹਦਾ ਐਕਟਿਵ ਹੋ ਕੇ। ਹੁਣ ਜਾ ਕੇ ਪਤਾ ਲੱਗਿਆ। ਬਿਲਕੁਲ। ਤੇ ਪੂਨਮ, ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ, ਤੇ ਬ੍ਰੇਕ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ 2 ਲਾਈਨਾਂ ਕਿ ਸਿੰਗਿੰਗ ਦੀਆਂ ਹੋ ਜਾਣ। ਪਲੀਜ਼ ਮੈਨੂੰ ਗਾਣਾ ਗਾਣ ਲਈ ਨਾ ਕਿਉਂ, ਕਿਉਂਕਿ ਮੈਂ ਸੱਚੀ ਦੱਸਾਂ ਮੈਂ ਸੱਚੀ ਦੱਸਾਂ ਤਾਂ ਮੈਂ ਸਿੰਗਰ ਨਹੀਂ ਹੈਗੀ ਕਿਉਂਕਿ ਬਟ ਅਸੀਂ ਸੁਣਿਆ ਆ ਤੁਹਾਡੀ ਆਵਾਜ਼ ਬਹੁਤ ਸੋਹਣੀ ਆ। ਆਵਾਜ਼ ਨਹੀਂ, ਮੇਰੀ ਸ਼ਾਇਰੀ ਦੀ ਆਵਾਜ਼ ਬਹੁਤ ਸੋਹਣੀ, ਕਿਉਂਕਿ ਮੈਨੂੰ ਲਿਖਣਾ ਬਹੁਤ ਚੰਗਾ ਲੱਗਦਾ। ਤਾਂ ਕਹਿੰਦੇ, ਮੈਂ ਤੁਹਾਨੂੰ ਲਾਈਨਾਂ ਸੁਣਾ ਦਿੰਦੀ ਹਾਂ। ਕਹਿੰਦੇ, ਜਿੱਥੇ ਇਸ਼ਕ ਹੁਸਨ ਦੀ ਪਵੇ ਕਹਾਣੀ, ਮਿੱਠੜਾ 5 ਦਰਿਆ ਦਾ ਪਾਣੀ, ਜਿੱਥੇ ਹਾਸਾ ਸੂਰਜ ਬੋਲੀਆਂ ਪਾਵੇ, ਦੇਵੇ ਮਹਿਕ ਪੂਣਾ ਨੂੰ ਸੋਹਣਾ ਫੁੱਲ ਗੁਲਾਬ ਜੀ, ਉਸੇ ਤਰ੍ਹਾਂ ਬਣੀ ਰਹੇ ਟੌਰ ਮੇਰੇ ਪੰਜਾਬ ਦੀ, ਟੌਰ ਮੇਰੇ ਪੰਜਾਬ ਦੀ। ਵਾਹ, ਬਹੁਤ ਸੋਹਣਾ। ਤੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਜਣਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੈਫੇ ਪੰਜਾਬੀ ਦੇ ਵਿੱਚ। ਤੇ ਪੂਨਮ, ਆਪਾਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲਾਂ ਬਾਤਾਂ ਕਰ ਰਹੇ ਸੀ। ਇੱਕ ਇਹ ਵੀ ਚੀਜ਼ ਹੁੰਦੀ ਆ ਕਿ ਡਰੈਸਿੰਗ ਸੈਂਸ ਨੂੰ ਲੈ ਕੇ ਹਨਾ, ਲੋਕੀ ਜੱਜ ਕਰਨ ਲੱਗ ਜਾਂਦੇ ਜੀ ਕਿ ਕੁੜੀ ਨੇ ਕੱਪੜੇ ਇਦਾਂ ਦੇ ਪਾਏ ਆ ਤਾਂ ਕੁੜੀ ਵੀ ਇਦਾਂ ਦੀ ਹੋਊਗੀ। ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਨਜ਼ਰਾਂ 'ਚ ਫਰਕ ਹੁੰਦਾ ਹਮੇਸ਼ਾ, ਕਿਉਂਕਿ ਕਈ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਹੁਣ 8 ਮਹੀਨੇ ਦੀ ਬੱਚੀ ਨੂੰ ਅਸੀਂ ਕੱਪੜੇ 'ਚ ਲਪੇਟ ਲੈਂਦੇ ਹਾਂ, ਬਿਲਕੁਲ, ਉਹਦੇ ਨਾਲ ਵੀ ਰੇਪ ਹੋ ਜਾਂਦਾ। ਬਿਲਕੁਲ ਠੀਕ ਹੈ। ਇੱਕ ਕੁੜੀ ਸੂਟ ਪਾ ਕੇ ਜਾਂਦੀ ਆ, ਉਹਨੂੰ ਵੀ ਸੈਕਸੀ ਦੱਸਿਆ ਜਾਂਦਾ, ਉਹ 'ਤੇ ਵੀ ਕਮੈਂਟ ਕੱਸੇ ਜਾਂਦੇ ਆ। ਉਹ 'ਚ ਡਰੈਸਿੰਗ ਸੈਂਸ ਦਾ ਮੈਟਰ ਨਹੀਂ ਆਉਂਦਾ, ਸਾਡੀ ਸੋਚ ਦਾ ਆਉਂਦਾ, ਸਾਡੀ ਨਜ਼ਰਾਂ ਦਾ ਆਉਂਦਾ। ਮੈਨੂੰ ਲੱਗਦਾ ਅਸੀਂ ਗੱਲਾਂ ਤਾਂ ਕਰਦੇ ਹਾਂ ਬਾਹਰ ਜਾਣ ਦੀਆਂ, ਕਿ ਅਸੀਂ ਮੁਕਾਬਲਾ ਕਰਦੇ ਹਾਂ ਕਿ ਅਸੀਂ ਜਾ ਕੇ ਕੈਨੇਡਾ ਸੈਟਲ ਹੋ ਜਾਣਾ, ਅਸੀਂ ਜਾ ਕੇ ਇੰਗਲੈਂਡ ਸੈਟਲ ਹੋ ਜਾਣਾ ਹੈ ਨਾ, ਅਸੀਂ ਉੱਦਾਂ ਦੇ ਬਣਾਂਗੇ। ਪਰ ਅਸੀਂ ਸੋਚ ਕਿਤੇ ਨਾ ਕਿਤੇ ਉੱਥੇ ਸੀਮਿਤ ਰੱਖੀ ਹੋਈ ਹੈ। ਬਿਲਕੁਲ। ਅਸੀਂ ਕੁੜੀਆਂ ਨੂੰ ਲੈ ਕੇ ਨਜ਼ਰੀਆ, ਅਸੀਂ ਕੁੜੀਆਂ ਨੂੰ ਅੱਗੇ ਕਿਉਂ ਨਹੀਂ ਵਧਣ ਦਿੰਦੇ? ਅੱਜ ਦੇ ਦੌਰ 'ਚ ਅਗਰ ਗੱਲ ਕਰੀਏ, ਕੁੜੀਆਂ ਕਿੱਥੇ ਨਹੀਂ ਪਹੁੰਚੀਆਂ ਹੋਈਆਂ। ਜਿਨ੍ਹਾਂ ਦੇ ਘਰ ਮੁੰਡਾ ਨਹੀਂ ਹੈਗਾ, ਉਹ ਆਪਣੀ ਕੁੜੀਆਂ ਨੂੰ ਵੀ ਮੁੰਡਾ ਸਮਝਦੇ ਨੇ। ਉਹਨਾਂ ਨੂੰ ਲੱਗਦਾ ਕਿ ਸਾਡਾ ਇਹ ਮੁੰਡਾ ਹੈ, ਸਾਡਾ ਸ਼ੇਰ ਹੈ, ਕੰਮ ਕਰਦਾ। ਬਿਲਕੁਲ। ਪਰ ਜੇ ਅਸੀਂ ਕੱਪੜਿਆਂ ਨੂੰ ਲੈ ਕੇ ਜੱਜ ਕਰਨਾ ਸ਼ੁਰੂ ਕਰ ਦਈਏ, ਬਾਕੀ ਰਹੀ ਗੱਲ, ਜੇ ਤੁਸੀਂ ਦੇਖਦੇ ਹੋ ਤਾਂ ਕੁੜੀਆਂ ਦਿਖਾਉਂਦੀਆਂ ਨੇ। ਬਿਲਕੁਲ। ਤੁਸੀਂ ਸੋਸ਼ਲ ਲਾਸਟ ਇੱਕ ਗਾਣਾ ਆਇਆ ਸੀ, ਸ਼ਾਇਦ ਤੁਸੀਂ ਜਿੱਥੇ ਪੁਆਇੰਟ ਆਊਟ ਕੀਤਾ, ਮੈਂ ਸਮਝ ਗਈ। ਉਹਦੇ ਲਈ ਮੈਨੂੰ ਲੋਕਾਂ ਨੇ ਗਾਲਾਂ ਵੀ ਬਹੁਤ ਕੱਢੀਆਂ ਸੀ ਕਿ ਮੈਂ ਬੋਲੀ ਕਿਉਂ, ਕਿਉਂਕਿ ਉੱਥੇ ਇੱਕ ਕੁੜੀ ਨੇ ਗਾਣਾ ਗਾਇਆ ਸੀ, ਸਿਮਰਨ ਧਾਂਦਲੀ। ਤਾਂ ਉਹਨਾਂ ਨੇ ਉਹਦਾ ਗਾਣਾ ਬਹੁਤ ਸੋਹਣਾ ਸੀ। ਔਰ ਮੈਂ ਵਾਕਈ ਹੀ, ਅਗਰ ਤੁਸੀਂ ਉਹ ਸਪੀਚ ਨੂੰ ਦੁਬਾਰਾ ਤੋਂ ਸੁਣੋਗੇ ਨਾ, ਉਹ 'ਚ ਮੈਂ ਕੁਝ ਬੁਰਾ ਨਹੀਂ ਕਿਹਾ ਸੀ। ਮੈਂ ਉਹਨਾਂ ਨੂੰ ਇਹ ਕਿਹਾ ਸੀ, ਗਾਣਾ ਤੁਸੀਂ ਵਾਕਈ ਬਹੁਤ ਸੋਹਣਾ ਗਾਇਆ, ਕਿ ਸਾਨੂੰ ਕੁੜੀਆਂ ਨੂੰ ਥੋੜ੍ਹੀ ਜਿਹੀ ਆਪ ਨੂੰ ਵੀ ਸ਼ਰਮ ਕਰਨੀ ਚਾਹੀਦੀ ਆ। ਪਰ ਗੱਲ ਤਾਂ ਉੱਥੇ ਆ ਗਈ ਨਾ, ਦਿਖਾਇਆ ਵੀ ਤੁਸੀਂ ਉਹ ਕੁਛ, ਤੁਸੀਂ ਨਾ ਦਿਖਾਉਂਦੇ। ਤੁਹਾਨੂੰ ਵੀਡੀਓ ਨਹੀਂ ਦਿਖਾਉਣੀ ਚਾਹੀਦੀ ਸੀ। ਉਹ ਕੁੜੀਆਂ ਦੇ ਖਾਸ ਕਰਕੇ ਫੇਸ ਕੱਟ ਕੇ ਤੁਸੀਂ ਉੱਥੇ ਲਾਏ ਹੋਏ ਸੀਗੇ। ਠੀਕ ਹੈ, ਉਹਨਾਂ ਦੀ ਆਪਣੀ ਪਰਸਨਲ ਲਾਈਫ ਆ, ਜੇ ਉਹਨਾਂ 'ਤੇ ਮਿਲੀਅਨ ਵਿਊਜ਼ ਨੇ, ਉੱਥੇ ਲੋਕੀ ਦੇਖਣ ਜਾਂਦੇ ਨੇ ਨਾ। ਜਦੋਂ ਤੁਹਾਨੂੰ ਲੱਗਦਾ ਕਿ ਉਹ ਕੁੜੀ ਵਾਕਈ ਸਹੀ ਨਹੀਂ ਕਰ ਰਹੀ, ਤੁਸੀਂ ਉੱਥੇ ਜਾ ਕੇ ਜਾਂ ਉਹਨੂੰ ਬਲੌਕ ਕਰ ਦਿਓ, ਜਾਂ ਉੱਤੇ ਕਮੈਂਟ ਪਾਓ, ਭੈਣੇ ਇੱਦਾਂ ਨਾ ਕਰਿਆ ਕਰ, ਕੋਈ ਗੱਲ ਨਹੀਂ, ਤੇ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਪਰ ਤੁਸੀਂ ਕਿਸੇ ਨੂੰ ਸ਼ਰੇਆਮ ਗਾਲਾਂ ਨਹੀਂ ਕੱਢ ਸਕਦੇ। ਬਿਲਕੁਲ, ਬਿਲਕੁਲ। ਅੱਜ ਅਸੀਂ ਆਜ਼ਾਦ ਦੇਸ਼ 'ਚ ਰਹਿੰਦੇ ਹਾਂ, ਤੇ ਸਾਨੂੰ ਵੀ ਇੱਕ ਹੱਕ ਹੈ ਜੀਣ ਦਾ। ਬਾਕੀ ਹਰ ਬੰਦੇ ਦੀ ਇੱਕ ਪਰਸਨਲ ਲਾਈਫ ਆ, ਜਿਹਨੂੰ ਜਿੱਦਾਂ ਜਿਉਣਾ ਚੰਗਾ ਲੱਗਦਾ ਉਹਨੂੰ ਜੀਣ ਦਿਓ। ਬਿਲਕੁਲ, ਬਿਲਕੁਲ। ਤੇ ਕਮੈਂਟਾਂ ਦੀ ਗੱਲ ਹੋਈ ਹੈ ਤਾਂ ਹਨਾ, ਜਦੋਂ ਵੀ ਤੁਸੀਂ ਵੀ ਕੋਈ ਨਾ ਕੋਈ ਪੋਸਟ ਕਰਦੇ ਹੋ ਤਾਂ ਨੀਚੇ ਕਮੈਂਟ ਦੇ ਕੋਈ ਨਾ ਕੋਈ ਕੰਟਰੋਵਰਸੀ ਹੋ ਜਾਂਦੀ ਹੈ, ਉਹਦਾ ਕੀ ਰੀਜ਼ਨ ਮੰਨਦੇ? ਉਹ ਇੱਕ ਨਾ, ਮੈਂ ਇੱਕ ਗੱਲ ਦੇਖੀ, ਜਿੰਨੇ ਵੀ ਸੋਸ਼ਲ ਮੀਡੀਆ ਤੇ ਬੈਠੇ ਹੁੰਦੇ ਨਾ, ਉਹ ਵਿਹਲੇ ਬੈਠੇ ਹੁੰਦੇ। ਔਰ ਤੁਸੀਂ ਦੇਖੋ, ਕਦੀ ਕੋਈ ਚੱਜ ਦੀ ਤੁਸੀਂ ਪੋਸਟ ਪਾ ਦਿਓ, ਉਹ ਉੱਤੇ ਪੜਨਗੇ ਨਹੀਂ। ਇੱਕ ਬੰਦੇ ਨੇ ਮਾੜਾ ਕਮੈਂਟ ਕਰਤਾ ਨਾ, ਉਹ ਤੁਸੀਂ ਮਾੜੇ ਵੱਜਣੇ ਸ਼ੁਰੂ ਹੋ ਜਾਣੇ, ਉਹ ਥੱਲੇ ਮਾੜੇ ਹੀ ਕਮੈਂਟ ਆਣੇ ਆ। ਉਸ ਬੰਦੇ ਨੇ ਉਹ ਜਾ ਕੇ ਪੋਸਟ ਨੂੰ ਪੜ੍ਹਨਾ ਨਹੀਂ ਹੈਗਾ, ਕੁਝ ਕਰਨਾ ਨਹੀਂ ਹੈਗਾ, ਪਰ ਹਾਂ ਮਾੜੇ ਕਮੈਂਟ ਕਰਨੇ ਸ਼ੁਰੂ ਕਰ ਦੇਣਗੇ। ਪਰ ਜੇ ਇੱਕ ਮਾੜੀ ਪੋਸਟ ਵੀ ਪਾਈ ਨਾ, ਇੱਕ ਬੰਦੇ ਨੇ ਜਾ ਕੇ ਲਿਖਤਾ ਨਾ, ਯਾਰ ਕਿਆ ਗੱਲ ਕਹਿਤੀ ਤੁਸੀਂ, ਹੈ ਨਾ, ਥੱਲੇ ਹਾਂਜੀ ਜੀ ਬਹੁਤ ਵਧੀਆ ਕਹਿ ਨੇ, ਕੁੜੀ ਸੱਚਾ ਬੋਲੀ ਆ।
ਮੈਂ ਲਾਸਟ ਟਾਈਮ ਇੱਕ ਐਸਿਡ ਵਿਕਟਮ ਕੁੜੀ ਦੀ ਜਦੋਂ ਮਦਦ ਕੀਤੀ ਸੀ, ਉਹ ਕਾਫੀ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ, ਦੇਵੀ ਤੱਕ ਬਣਾ ਦਿੱਤਾ। ਫਿਰ ਇੱਕ ਜਗ੍ਹਾ ਤੇ ਇੱਕ ਮੁੰਡਾ ਆਣ ਕੇ ਮੈਨੂੰ ਕਹਿ ਦਿੰਦਾ ਹੈ ਮੇਰੀ ਗਰਲਫ੍ਰੈਂਡ ਆ, ਉਹਨੂੰ ਮੈਂ ਧੱਕਾ ਮਾਰ ਦਿੰਦੀ ਹਾਂ। ਉੱਥੇ ਲੋਕਾਂ ਨੇ ਮੈਨੂੰ ਪਤਾ ਨਹੀਂ, ਅੱਛਾ ਇਹ ਫਿਲਮ ਐਕਟਰਾਂ ਹੁੰਦੀਆਂ ਹੀ ਇੱਦਾਂ ਦੀਆਂ ਨੇ, ਇਹ ਹੁੰਦੀਆਂ ਨੇ, ਉਹ ਹੁੰਦੀਆਂ ਨੇ, ਜਾਨੇ ਕਿ ਲੋਕੀ ਕੰਪੇਅਰ ਕਰਨ ਲੱਗੇ। ਇੱਕ ਮਿੰਟ ਨਹੀਂ ਲਾਉਂਦੇ ਕਿ ਇੱਕ ਬੰਦਾ ਜੇ ਇੱਕ ਚੰਗੇ ਕੰਮ ਵੀ ਕਰ ਰਿਹਾ, ਉਹਦੇ ਨਾਲ ਜ਼ਰੂਰੀ ਤਾਂ ਨਹੀਂ ਜੇ ਉਹਨੇ ਇੱਕ ਬੰਦੇ ਨੂੰ ਹੱਥ ਲਾਤਾ ਜਾਂ ਧੱਕਾ ਮਾਰਤਾ ਉਹ ਗਲਤ ਹੋ ਜਾਊਗੀ। ਬਿਲਕੁਲ ਬਿਲਕੁਲ। ਬੰਦਾ ਸੱਚਾਈ ਨਹੀਂ ਸੋਚਦਾ ਕਿ ਸੱਚਾਈ ਦੇ ਪਿੱਛੇ ਦੀ ਕੀ ਆ, ਪਰ ਤੁਸੀਂ ਕੁੜੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ। ਬਿਲਕੁਲ। ਤੇ ਕਦੇ ਨਾ ਕਦੇ ਲਾਈਫ ਦੇ ਵਿੱਚ ਇਹੋ ਜਿਹੇ ਇਨਸੀਡੈਂਟਸ ਵੀ ਹੋ ਜਾਂਦੇ, ਇਹ ਕਿ ਇਹ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਜੋ ਇਨਸਾਨ ਨਹੀਂ ਕਰਨਾ ਚਾਹੁੰਦਾ। ਤੁਹਾਡੇ ਨਾਲ ਵੀ ਇਦਾਂ ਦਾ ਕੋਈ ਹੋਇਆ? ਡੈਫੀਨੇਟਲੀ ਹੁੰਦੀਆਂ ਨੇ, ਕਿਉਂਕਿ ਕਈ ਵਾਰੀ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਇਸ ਲਾਈਨ 'ਚ ਆਉਣਾ ਹੀ ਨਹੀਂ ਚਾਹੀਦਾ ਸੀਗਾ, ਕਿਉਂਕਿ ਲਾਈਨ ਮੇਰੇ ਲਈ ਬਣੀ ਹੋਈ ਨਹੀਂ। ਓਕੇ। ਮੈਂ ਲਿਖਦੀ ਸੀਗੀ ਤਾਂ ਮੈਨੂੰ ਲੱਗਦਾ ਮੈਨੂੰ ਰਾਈਟਰ ਹੀ ਰਹਿਣਾ ਚਾਹੀਦਾ, ਕਿਉਂਕਿ ਇੱਥੇ ਆਣ ਕੇ ਮੈਨੂੰ ਇਹ ਲੱਗਿਆ ਹਾਂ ਐਕਟਰ ਤਾਂ ਮੈਂ ਬਣ ਗਈ, ਪਰ ਕਾਫੀ ਚੀਜ਼ਾਂ ਸੋਚਣ ਤੇ, ਕਿਉਂਕਿ ਇੱਥੇ ਅਗਰ ਪੰਜਾਬੀ ਇੰਡਸਟਰੀ ਚਾਹੇ ਨਾ ਤਾਂ ਸਾਡੀ ਪੰਜਾਬੀ ਇੰਡਸਟਰੀ ਬਹੁਤ ਗਰੋ ਕਰੇ। ਕੋਈ ਵੀ ਫਿਲਮ ਫਲੋਪ ਨਾ ਹੋਵੇ ਜਦੋਂ ਇੱਕ ਦੂਜੇ ਦਾ ਕੋਈ ਸਾਥ ਦੇਵੇ। ਅਗਰ ਇੱਕ ਆਰਟਿਸਟ ਦੀ ਫਿਲਮ ਆਂਦੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਬੰਦਾ ਅਗਰ ਸਾਰੇ ਆਰਟਿਸਟ ਮਿਲ ਕੇ ਉਹਨੂੰ ਪ੍ਰਮੋਟ ਕਰਨ ਨਾ, ਉਹਨਾਂ ਨੂੰ ਵੀ ਇੱਕ ਮੌਕਾ ਮਿਲਦਾ। ਸਾਡੇ ਇੱਥੇ ਕੋਈ ਨਵਾਂ ਆਂਦਾ ਨਹੀਂ ਤਾਂ ਇੱਥੇ ਪਹਿਲੇ ਕਹਿ ਦਿੰਦੇ ਯਾਰ ਕੀ ਫਿਲਮ ਬਣਾਈ ਆ, ਕੀ ਨਹੀਂ ਬਣਾਈ। ਤੇ ਇੱਥੇ ਗਰੁੱਪਿਜ਼ਮ ਬਹੁਤ ਜ਼ਿਆਦਾ ਚੱਲ ਪਏ ਨੇ, ਕੋਈ ਕਿਸੇ ਨੂੰ ਐਪਰੀਸ਼ੀਏਟ ਨਹੀਂ ਕਰਦਾ। ਹਾਂ, ਉਹਦੀ ਲੈਗ ਪੁਲਿੰਗ ਤੇ ਹੀ ਲੱਗ ਜਾਂਦਾ ਕਿ ਨਹੀਂ ਇਹਨੂੰ ਖਿੱਚ ਕੇ ਥੱਲੇ ਕਿੱਦਾਂ ਗਿਰਾਇਆ ਜਾਵੇ। ਬਿਲਕੁਲ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਦਾ ਇਹ ਬੈਕਡ੍ਰੌਪ ਹੈਗਾ ਜਿਹੜਾ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ। ਬਿਲਕੁਲ। ਤੇ ਕਦੇ ਨਾ ਕਦੇ ਇਦਾਂ ਵੀ ਹੁੰਦਾ ਹੈ ਕਿ ਯਾਰ ਇਹ ਲਾਈਨ ਮੈਂ ਹੁਣ ਛੱਡ ਦੇਣੀ ਹੈ ਜਾਂ ਮੈਂ ਇਸ ਲਾਈਨ ਦੇ ਵਿੱਚ ਕੰਮ ਨਹੀਂ ਕਰਨਾ। ਦੇਖੋ, ਮੈਂ ਪਹਿਲੀ ਗੱਲ ਤਾਂ ਮੈਂ ਅੱਜ ਤੱਕ ਕਿਸੇ ਤੋਂ ਕੰਮ ਨਹੀਂ ਮੰਗਿਆ ਲਾਈਫ 'ਚ ਵੀ, ਨਾ ਹੀ ਮੈਂ ਮੰਗਦੀ ਹਾਂ, ਨਾ ਹੀ ਮੈਂ ਮੰਗਣ ਜਾਣਾ। ਮੈਨੂੰ ਕੋਈ ਇਹ ਸੋਚ ਕੇ ਕਿ ਅੱਛੀ ਆਰਟਿਸਟ ਆ ਕੰਮ ਦਊਗਾ, ਮੇਰੇ ਅਕੋਰਡਿੰਗ ਕੰਮ ਹੋਊਗਾ, ਮੈਂ ਡੈਫੀਨੇਟਲੀ ਕਰਾਂਗੀ। ਬਿਲਕੁਲ। ਤੇ ਤੁਸੀਂ ਹਨਾ ਜਦੋਂ ਵੀ ਅਸੀਂ ਦੇਖਿਆ ਤੁਸੀਂ ਬਿਲਕੁਲ ਬੇਬਾਕ ਹੋ ਕੇ ਬੋਲਦੇ ਹੋ ਹਨਾ, ਤੁਹਾਨੂੰ ਕਿਸੇ ਦਾ ਇਹ ਨਹੀਂ ਹੁੰਦਾ ਕਿ ਯਾਰ ਅਗਲਾ ਬੰਦਾ ਕੀ ਸੋਚੇਗਾ। ਤਾਂ ਜਦੋਂ ਬੰਦਾ ਇਦਾਂ ਹੋ ਕੇ ਬੋਲਦਾ ਜਾਂ ਤਾਂ ਉਹਨੂੰ ਧਮਕੀਆਂ ਵੀ ਬਹੁਤ ਮਿਲਦੀਆਂ, ਇਹ ਕਹਿੰਦੇ ਡਰਾਇਆ ਵੀ ਬਹੁਤ ਜਾਂਦਾ ਆ। ਡਰਾਉਣ ਦੀ ਤਾਂ ਗੱਲ ਬਹੁਤ ਦੂਰ ਦੀ, ਕੰਮ ਨਹੀਂ ਮਿਲਦਾ, ਬਸ ਇੰਨੀ ਗੱਲ ਹੈ। ਇਹ ਬੇਇੱਜ਼ਤੀ ਕਰ ਦੂਗੀ ਫਿਰ ਅੜਗੇ। ਇਦਾਂ ਦਾ ਹੋਇਆ ਤੁਹਾਡੇ ਨਾਲ? ਨੈਚੁਰਲੀ ਗੱਲ ਹੈ। ਜੇ ਹੁਣ ਅੱਜ ਅਸੀਂ ਕੰਮ ਕਰ ਰਹੇ ਹਾਂ, ਮੇਰੇ ਕੋਲ ਕੰਮ ਬਹੁਤ, ਮੈਂ ਬਹੁਤ ਘੱਟ ਕੰਮ ਕਰ ਰਹੀ ਹਾਂ। ਕਿਉਂ? ਇਸ ਦਾ ਰੀਜ਼ਨ ਇਹੀ ਹੈ ਕਿਉਂਕਿ ਲਾਸਟ ਟਾਈਮ ਕਿਸੇ ਤੋਂ ਮੈਂ ਮਾਫੀ ਵੀ ਮੰਗਾਈ ਸੀ, ਉਹ ਮਾਫੀਨਾਮਾ ਫੇਸਬੁੱਕ ਤੇ ਵੀ ਪਿਆ ਵਾ। ਓਕੇ। ਸਾਡਾ ਕੋਰੀਓਗ੍ਰਾਫਰ ਹੀ ਸੀਗਾ ਕੋਈ, ਹੁਣ ਮੈਂ ਨਾਮ ਨਹੀਂ ਲਵਾਂਗੀ, ਚਲੋ ਬਹੁਤ ਹੋ ਚੁੱਕੀ ਉਹਦੇ ਨਾਲ ਪਹਿਲਾਂ ਹੀ। ਤੇ ਕਹਿ ਸਕਦੇ ਆ ਕਿ ਉਹਨੇ ਬਹੁਤ ਰੂਡਲੀ ਬਿਹੇਵ ਕੀਤਾ ਸੀ, ਔਰ ਮੈਂ ਹਮੇਸ਼ਾ ਕੁੜੀਆਂ ਦੇ ਪੱਖ 'ਚ ਖੜੀ ਹਾਂ, ਕੋਈ ਵੀ ਹੋਵੇ, ਚਾਹੇ ਉਹ ਕਿੱਦਾਂ ਦੀ ਵੀ ਕਿਉਂ ਨਾ ਹੋਵੇ, ਕਿਉਂਕਿ ਹਰ ਬੰਦੇ ਦੀ ਪਤਾ ਨਹੀਂ ਕੀ ਮਜਬੂਰੀ ਹੁੰਦੀ ਆ, ਉਹਨੂੰ ਕਿਉਂ ਕੰਮ ਕਰਨਾ ਪੈਂਦਾ। ਕਿਸੇ ਦਾ ਕੰਮ, ਕਿਸੇ ਦਾ ਦਿਲ ਤਾਂ ਨਹੀਂ ਕਰਦਾ ਕਿ ਉਹ ਜਾ ਕੇ ਸਟੇਜਾਂ 'ਤੇ ਨੱਚੇ, ਜਾਂ ਕਿਸੇ ਦਾ ਦਿਲ ਤਾਂ ਨਹੀਂ ਕਰਦਾ ਕਿ ਉਹ ਆਪਣੇ ਕੱਪੜੇ ਲਾਵੇ, ਕੀ ਪਤਾ ਕਿਸੇ ਦੀ ਕੀ ਮਜਬੂਰੀ ਆ। ਔਰ ਰਹੀ ਗੱਲ ਕਿ ਜਦੋਂ ਬੰਦਾ ਇਹ ਚੀਜ਼ਾਂ ਸੋਚਦਾ ਨਾ ਤਾਂ ਕਿਤੇ ਨਾ ਕਿਤੇ ਸਾਨੂੰ ਵੀ ਲੱਗਦਾ ਕਿ ਨਹੀਂ ਯਾਰ, ਮੈਨੂੰ ਕਈ ਵਾਰੀ ਤਾਂ ਇਹ ਹੋ ਜਾਂਦਾ ਕਿ ਯਾਰ ਇਹ ਕੰਮ ਹੀ ਛੱਡ ਦੇਣਾ ਚਾਹੀਦਾ, ਸਾਨੂੰ ਕੰਮ ਹੀ ਨਹੀਂ ਕਰਨਾ ਚਾਹੀਦਾ। ਇੱਕ ਬੜੀ ਸੋਹਣੀ ਲਾਈਫ ਹੁੰਦੀ ਹੈ, ਘਰ ਦੇ ਬੜਾ ਪਿਆਰ ਨਾਲ ਤੁਹਾਨੂੰ ਰੱਖਦੇ ਨੇ, ਹੈ ਨਾ, ਤੁਹਾਡੀ ਇੱਜ਼ਤ ਕਰਦੇ ਨੇ, ਇੰਨਾ ਕੁ ਕਮਾ ਲੈਂਦੇ ਹੋ। ਹੁਣ ਪ੍ਰੋਬਲਮ ਇੱਥੇ ਆ ਰਹੀ ਹੈ ਕਿ ਨਹੀਂ, ਮੈਨੂੰ ਲੱਗਦਾ ਕਿ ਹਾਂ ਅੱਛੇ ਆਰਟਿਸਟਾਂ 'ਚ ਲੋਕੀ ਕਹਿੰਦੇ ਕਿ ਹਾਂ ਪੂਨਮ ਬਹੁਤ ਅੱਛੀ ਆਰਟਿਸਟ ਆ, ਪਰ ਜਦੋਂ ਪਹਿਲੀ ਗੱਲ ਤਾਂ ਹਾਂ ਕਿ ਮੈਂ ਕੰਮ ਮੰਗਾਂਗੇ ਇਹਦੇ ਕੋਲ, ਮੈਨੂੰ ਮੰਗਣਾ ਨਹੀਂ ਆਉਂਦਾ। ਹੁਣ ਜੇ ਕੋਈ ਮੈਨੂੰ ਆਫਰ ਕਰਦਾ ਹਾਂਜੀ ਪੂਨਮ ਮੈਮ ਅਸੀਂ ਅੱਛੇ ਆਰਟਿਸਟਾਂ ਨਾਲ ਕੰਮ ਕਰਾਂਗੇ, ਫਿਰ ਕਹਿ ਦੇਣਗੇ ਸਾਡਾ ਬਜਟ ਨਹੀਂ ਹੈਗਾ। ਹੁਣ ਫ੍ਰੀ 'ਚ ਵੀ ਕੰਮ ਕੌਣ ਕਰੂਗਾ? ਬਿਲਕੁਲ। ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਯਾਨੀ ਕਿ ਆ ਰਹੀਆਂ ਨੇ, ਜਿਹੜਾ ਉਹੀ ਗੱਲ ਹੋ ਗਈ ਜਿੱਦਾਂ ਆਪਾਂ ਕਹਿ ਸਕਦੇ ਹਾਂ ਆਪਣੀ ਸੁਸਾਇਟੀ 'ਚ ਜਿਹੜਾ ਮਿਡਲ ਕਲਾਸ ਬੰਦਾ ਉਹ ਫਸ ਕੇ ਰਹਿ ਜਾਂਦਾ, ਉਹ ਜਿਹੜੇ ਮਿਡਲ ਜੇ ਐਕਟਰ ਹੁੰਦੇ ਨਾ ਵਿੱਚ ਵਿਚਾਲੇ ਰਹਿ ਜਾਂਦੇ ਹਨ, ਜਿਹੜੇ ਛੋਟੇ ਹੁੰਦੇ ਛੱਡ ਕੇ ਚਲੇ ਜਾਂਦੇ, ਜਿਹੜੇ ਅੱਪਰ ਵਾਲੇ ਹੁੰਦੇ ਉਹਨਾਂ ਦਾ ਇੱਕ ਗਰੁੱਪ ਬਣ ਜਾਂਦਾ। ਤੇ ਪੂਨਮ ਤੁਸੀਂ ਬਾਹਰ ਗਏ ਸੀ ਹਨਾ ਜੀ, ਤੁਹਾਨੂੰ ਕਿਸੇ ਸ਼ੋਅ ਰਿਲੇਟਡ ਬੁਲਾਇਆ ਗਿਆ ਸੀ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗਿਆ ਸੀ ਮੇਰੇ ਨਾਮ ਦਾ ਕੋਈ ਹੋਟਲ ਬੁੱਕ ਨਹੀਂ ਹੈਗਾ, ਮੇਰੇ ਇਦਾਂ ਦਾ ਕੋਈ ਸ਼ੋਅ ਹੀ ਨਹੀਂ ਹੈਗਾ ਜੀ। ਅਸੀਂ ਚਾਹਾਂਗੇ ਆਡੀਅנס ਉਸ ਬਾਰੇ ਵੀ ਤੁਹਾਡੇ ਬਾਰੇ ਜਾਨਣਾ ਚਾਹੇਗੀ ਕਿ ਉਹ ਤੁਹਾਡੇ ਨਾਲ ਕੀ ਹੋਇਆ ਸੀ। ਜਸ ਐਕਚੁਅਲੀ ਮੈਨੂੰ ਕਿਹਾ ਗਿਆ ਸੀਗਾ ਕਿ ਆਪਾਂ ਸੌਂਗ ਕਰਕੇ ਆਣੇ ਆ, ਐਜ਼ ਏ ਮਾਡਲ ਮੈਨੂੰ ਲੈ ਕੇ ਗਏ ਸੀਗੇ। ਤਾਂ ਅਸੀਂ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ, ਯਾਨੀ ਕਿ ਨਾਮ ਵੀ ਹੈਗਾ ਉਹ ਸਿੰਗਰ ਦਾ, ਹੁਣ ਮੈਂ ਨਾਮ ਨਹੀਂ ਲਵਾਂਗੀ, ਪ੍ਰਮੋਟਰ ਨੇ ਬਹੁਤ ਵੱਡੇ, ਕਿਉਂਕਿ ਫਿਰ ਉਹੀ ਕਹਿ ਸਕਦਾ ਦੁਸ਼ਮਣੀ ਪੈ ਸਕਦੀ ਆ, ਹੋਰ ਤਾਂ ਕੁਛ ਨਹੀਂ ਹੋ ਸਕਦਾ। ਤੇ ਬਰਮਿੰਗਮ 'ਚ ਸਾਡੀ ਫਲਾਈਟ ਉਤਰੀ, ਜਿੱਦਾਂ ਹੀ ਫਲਾਈਟ ਉਤਰੀ ਤਾਂ ਠੀਕ ਹੈ ਜੀ ਸਾਰੇ ਨੇ ਆਣਾ, ਉਹ ਸਾਰੇ ਇੱਕ ਇੱਕ ਕਰਕੇ ਨਾ ਖਿਸਕਣ ਲੱਗ ਗਏ। ਹੁਣ ਮੈਨੂੰ ਸੀਗਾ ਕਿ ਸਾਰੇ ਬਾਹਰ ਖੜੇ ਹੋਣਗੇ, ਤਾਂ ਮੈਂ ਵੀ ਆਪਣਾ ਸਾਰਾ ਕਰਕੇ ਸਮਾਨ ਆਪਣਾ ਲਿੱਤਾ, ਤਾਂ ਮੈਂ ਜਿੱਦਾਂ ਹੀ ਬਾਹਰ ਪਹੁੰਚੀ ਤਾਂ ਬਾਹਰ ਕੋਈ ਵੀ ਨਹੀਂ ਸੀਗਾ। ਓਕੇ। ਤਾਂ ਇੱਕ ਮੇਰੇ ਸਿੰਗਰ ਸੀਗੇ ਨਾਲ ਉਹ, ਤੇ ਅਸੀਂ ਹੁਣ ਕਹੀਏ ਅਸੀਂ ਜਾਈਏ ਕਿੱਥੇ, ਕਿ ਕਰਨਾ ਕੀ ਆ। ਫਿਰ ਹਾਰ ਕੇ ਉੱਥੇ ਜਾ ਕੇ ਅਸੀਂ ਇੱਕ ਹੋਟਲ ਲਿੱਤਾ, ਉਹਨਾਂ ਨੂੰ ਬਾਹਰ ਹੀ ਕਿਸੇ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਇੱਥੇ ਨੀਅਰ ਬਾਏ ਹੋਟਲ ਹੈਗਾ। ਕੋਇਨਸੀਡੈਂਸ ਮੇਰੇ ਬ੍ਰਦਰ ਸੀਗੇ ਬਰਮਿੰਗਮ 'ਚ, ਤੇ ਉਹਨਾਂ ਨੂੰ ਮੈਂ ਫੋਨ ਕੀਤਾ ਤਾਂ ਪਹਿਲਾਂ ਤਾਂ ਉਹਨਾਂ ਨੇ ਵੀ ਨਹੀਂ ਚੱਕਿਆ,
ਤਾਂ ਫਿਰ ਮੈਨੂੰ ਉਸ ਟਾਈਮ ਤੇ ਹੋ ਗਿਆ ਕਿ ਮੈਂ ਇਕੱਲੀ ਕੀ ਕਰੂੰਗੀ ਉਸ ਟਾਈਮ ਤੇ ਕੀ ਇੱਕ ਹੁੰਦਾ ਨਹੀਂ ਕਿ ਬੰਦੇ ਦੇ ਦਿਮਾਗ 'ਚ ਬਹੁਤ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਮੈਂ ਆ ਵੀ ਗਈ ਹਾਂ, ਨਾ ਮੇਰੇ ਕੋਲ ਪੈਸਾ, ਨਾ ਹੀ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਹਜੇ, ਹੈ ਨਾ, ਔਰ ਮੇਰੇ ਤੋਂ ਇੰਨਾ ਬੈਂਕ ਬੈਲੈਂਸ ਵੀ ਨਹੀਂ ਕਿ ਮੈਂ ਵਾਪਸ ਚਲੇ ਜਾਊਂਗੀ, ਮੈਂ ਕਰੂੰਗੀ ਕੀ। ਤਾਂ ਕਹਿੰਦੇ ਹੁੰਦੇ ਨਾ, ਸਾਡਾ ਮੇਰਾ ਤਾਂ ਉਹ ਸਾਵਾ ਲੱਲੂ ਕਰੇ ਕਬੱਲੀਆਂ ਤੇ ਰੱਬ ਸਿੱਧੀਆਂ ਪਾਵੇ, ਤੇ ਕਹਿੰਦੇ ਹੁੰਦੇ ਸਿੱਧਰੇ ਇਹ ਬੰਦੇ ਨਾਲ ਰੱਬ ਆਪੇ ਹੀ ਸਾਥ ਦੇ ਦਿੰਦਾ। ਤਾਂ ਮੇਰੇ ਬ੍ਰਦਰ ਦਾ ਥੋੜੀ ਦੇਰ ਬਾਅਦ ਕਾਲ ਆ ਗਈ, ਤਾਂ ਮੈਨੂੰ ਉਹ ਕਹਿੰਦੇ ਕਿ ਪੁੱਤਰ ਘਬਰਾ ਨਾ, ਮੈਂ ਆ ਗਿਆ। ਤਾਂ ਉਹਨਾਂ ਨੇ ਉੱਥੇ ਹੋਟਲ ਆਣ ਕੇ ਪੈਸੇ ਪੇ ਕੀਤੇ, ਤਾਂ ਮੈਨੂੰ ਉਹ ਲੈ ਕੇ ਗਏ ਆਪਣੇ ਘਰੇ। ਉਸ ਤੋਂ ਬਾਅਦ ਇੱਥੋਂ ਦੇ ਹੀ ਇੱਕ ਜਰਨਲਿਸਟ ਨੇ ਜੱਗਾ ਜੀ, ਉਹ ਬਹੁਤ ਹੀ, ਉਹਨਾਂ ਨੇ ਉਹ ਜਦੋਂ ਮੈਨੂੰ ਫੋਨ ਕੀਤਾ ਕਿ ਤੁਸੀਂ ਤਾਂ ਲੰਡਨ ਪਹੁੰਚੇ ਹੋਏ ਆ, ਉਹਨਾਂ ਨੂੰ ਮੈਂ ਦੱਸਿਆ ਕਿ ਇੱਦਾਂ ਦਾ ਕਰਕੇ ਕਿ ਗੱਲ ਹੋ ਗਈ ਹੈ ਨਾ ਜਗਜੀਤ ਜੀ, ਤੇ ਉਹ ਮੈਨੂੰ ਕਹਿੰਦੇ ਪੂਨਮ ਕੋਈ ਗੱਲ ਨਹੀਂ। ਪਰ ਜੋ ਉੱਥੋਂ ਦੇ ਮੀਡੀਆ ਨੇ ਮੈਨੂੰ ਪਿਆਰ ਦਿੱਤਾ, ਯਾਨੀ ਕਿ ਇੰਨਾ ਪਿਆਰ ਮੈਂ ਸੋਚ ਵੀ ਨਹੀਂ ਸਕਦੀ ਨਾ, ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਲਈ ਉਹ 15-20 ਦਿਨ ਕਿੱਦਾਂ ਨਿਕਲ ਗਏ। ਸੋ ਮੈਨੂੰ ਉਹ ਵੀ ਯਾਦ ਆ, ਹਜੇ ਵੀ ਯਾਦ ਨੇ। ਉਹਨਾਂ ਨੇ ਮੈਨੂੰ ਸਾਰਾ ਲੰਡਨ ਘੁਮਾਇਆ, ਯਾਨੀ ਕਿ ਮੇਰਾ ਇੱਕ ਵੀ ਪੈਸਾ ਉਹਨਾਂ ਨੇ ਖਰਚ ਨਹੀਂ ਹੋਣ ਦਿੱਤਾ। ਫਿਰ ਉੱਥੇ ਮੇਰੇ ਕੁਝ ਫੈਨ ਸੀਗੇ ਜਿਨ੍ਹਾਂ ਨੇ ਮੇਰੇ ਹੋਟਲ ਤੱਕ ਬੁੱਕ ਕਰਵਾਤਾ, ਔਰ ਮੇਰਾ ਐਕਸਪੀਰੀਅੰਸ ਆਲ ਓਵਰ ਵਧੀਆ ਰਿਹਾ। ਇਸ ਕਰਕੇ ਸ਼ਾਇਦ ਅਗਰ ਮੈਂ ਉਹਨਾਂ ਦੇ ਚੁੰਗਲ 'ਚ ਫਸੀ ਰਹਿੰਦੀ ਤਾਂ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀਗਾ, ਪਰ ਸ਼ਾਇਦ ਉਹ ਮੈਨੂੰ ਛੱਡ ਗਏ ਤਾਂ ਮੇਰੇ ਨਾਲ ਚੰਗਾ ਹੀ ਹੋਇਆ। ਤੇ ਉਸ ਤੋਂ ਬਾਅਦ ਕਦੇ ਉਹਨਾਂ ਦੇ ਪਰ ਫਿਰ ਨਹੀਂ, ਮੈਂ ਉਹਨਾਂ ਨਾਲ ਕਦੀ ਕੰਟੈਕਟ ਨਹੀਂ ਆਇਆ, ਪਰ ਮੈਂ ਲੋਕਾਂ ਨੂੰ ਹਮੇਸ਼ਾ ਕਹਿੰਦੀ ਹਾਂ ਪੂਰੀ ਇਨਕੁਆਇਰੀ ਕਰਕੇ ਜਾਈਓ ਕਦੀ ਵੀ ਜਾਣਾ ਵਾ, ਕਿਉਂਕਿ ਮੈਂ ਤਾਂ ਸੰਭਲ ਗਈ, ਹੋ ਸਕਦਾ ਤੁਹਾਡਾ ਕੋਈ ਰਿਲੇਟਿਵ ਨਾ ਹੋਵੇ, ਤੁਹਾਨੂੰ ਕੋਈ ਜਾਣਨ ਵਾਲਾ ਨਾ ਹੋਵੇ, ਤਾਂ ਉੱਥੇ ਜਾ ਕੇ ਫਿਰ ਕੁੜੀਆਂ ਦੀ ਦੁਰਦਸ਼ਾ ਹੀ ਹੁੰਦੀ ਆ। ਬਿਲਕੁਲ। ਤੇ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਇਦਾਂ ਹੋਇਆ, ਤੇ ਕਈ ਕੁੜੀਆਂ ਦੇ ਨਾਲ ਵੀ ਇਦਾਂ ਹੁੰਦਾ ਹਨਾ, ਤੇ ਫਿਰ ਉਹਨਾਂ ਦੇ ਮਾਪੇ ਵੀ ਇਸ ਲਾਈਨ ਦੇ ਵਿੱਚ ਭੇਜਣ ਤੋਂ ਕੁੜੀਆਂ ਨੂੰ ਡਰਨ ਲੱਗ ਜਾਂਦੇ ਕਿ ਕਿਤੇ ਸਾਡੇ ਵੀ ਕੁੜੀ ਦੇ ਨਾਲ ਇਦਾਂ ਨਾ ਹੋਵੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਕਿ ਬਾਹਰ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਵੀ ਭੇਜਣਾ, ਮੈਂ ਤਾਂ ਇਹੀ ਚਾਹੂੰਗੀ ਜਾਂ ਤਾਂ ਆਪ ਛੱਡ ਕੇ ਆਓ, ਆਪ ਉਹਨਾਂ ਨੂੰ ਸੈਟਲ ਕਰਕੇ ਆਓ। ਫਿਰ ਇਹ ਨਾ ਸੋਚੋ ਕਿ ਤੁਹਾਡਾ ਜਾ ਕੇ ਬੱਚਾ ਸੈਟਲ ਹੋ ਜਾਊਗਾ, ਤੁਹਾਨੂੰ ਪੈਸੇ ਭੇਜਣੇ ਸ਼ੁਰੂ ਕਰ ਦੋਗੇ। ਜ਼ਿੰਦਗੀ ਬਹੁਤ ਛੋਟੀ ਹੈ ਜੀ, ਉੱਥੇ ਜਾਂਦੇ ਹੀ ਪਤਾ ਨਹੀਂ ਕੀ ਹੋ ਜਾਣਾ, ਕਿਉਂਕਿ ਪਲ ਦੋ ਪਲ ਦਾ ਪਤਾ ਨਹੀਂ ਹੁੰਦਾ। ਜਿੰਨੇ ਕਮਾਣਾ ਉਹਨੇ ਇੱਥੇ ਵੀ ਕਮਾ ਲੈਣਾ। ਬਿਲਕੁਲ ਬਿਲਕੁਲ। ਤੇ ਜੇ ਹੁਣ ਸੋਚਿਆ ਜਾਵੇ ਤੁਸੀਂ ਫਿਲਮਾਂ ਦੇ ਵਿੱਚ ਹਨਾ ਕੰਮ ਕਰੋ, ਤਾਂ ਫਿਲਮਾਂ ਦੀ ਸਿਲੈਕਸ਼ਨ ਕਿੱਦਾਂ ਕਰਦੇ ਹੋ ਕਿ ਇਹ ਫਿਲਮ ਮੈਂ ਕਰਨੀ ਹੈ ਤੇ ਇਹ ਫਿਲਮ ਮੈਂ ਨਹੀਂ ਕਰਨੀ? ਐਕਚੁਅਲੀ ਜਸਟ ਮੈਨੂੰ ਨਾ ਰਿਐਲਿਟੀ ਆਰਟ ਨਾਲ ਬਹੁਤ ਪਿਆਰ ਆ। ਮੈਂ ਫਿਲਮਾਂ ਆਰਟ ਵਾਲੀਆਂ ਹੀ ਕਰੀਆਂ ਚਾਹੁੰਦੀ ਹਾਂ ਜਿਸ 'ਚ ਕੋਈ ਮੈਸੇਜ ਹੋਵੇ। ਔਰ ਜਿੱਦਾਂ ਕਿ ਮੇਰੀਆਂ ਜਿੰਨੀਆਂ ਵੀ ਮੂਵੀਜ਼ ਆਈ, ਜਿਵੇਂ ਵੰਡ ਆਈ, ਉੱਚਾ ਪਿੰਡ ਆਈ, ਲਕੀਰ ਆ ਗਈ, ਉਹਨਾਂ 'ਚ ਮੇਰੇ ਸਾਰੇ ਡਿਫਰੈਂਟ ਸ਼ੇਡ ਨੇ। ਇੱਥੋਂ ਤੱਕ ਕਿ ਮੁੰਡਾ ਫਰੀਦਕੋਟੀਆ 'ਚ ਮੈਂ ਇੱਕ ਕਾਮੇਡੀ ਪਲੇ ਵੀ ਜਾਨੀ ਕਿ ਤਰ੍ਹਾਂ ਦਾ ਕੀਤਾ, ਪਰ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿ ਨਹੀਂ ਇਹਨੇ ਵਧੀਆ ਕੀਤਾ। ਪਰ ਕਿਤੇ ਨਾ ਕਿਤੇ ਲੋਕੀ ਰਿਲੇਟ ਕਰਨ ਲੱਗ ਜਾਂਦੇ। ਜਿਵੇਂ ਮੈਂ ਉੱਚਾ ਪਿੰਡ 'ਚ ਇੱਕ ਗਾਣ ਵਾਲੀ ਤੇ ਨੱਚਣ ਵਾਲੀ ਦਾ ਇੱਕ ਰੋਲ ਪਲੇ ਕੀਤਾ, ਤਾਂ ਜਦੋਂ ਮੈਂ ਕਿਸੇ ਲਈ ਬੋਲੀ ਸੀ ਤਾਂ ਥੱਲੇ ਲੋਕਾਂ ਨੇ ਕਮੈਂਟ ਪਾਤੇ ਸੀ, ਆਪ ਤਾਂ ਤੂੰ ਨੱਚਣ ਵਾਲੇ ਗਾਣੇ ਕਰਦੀ ਆ, ਹੈ ਨਾ, ਤੂੰ ਕਿਸੇ ਨੂੰ ਕਿੱਦਾਂ ਬੋਲ ਸਕਦੀ ਆ। ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕੀਤੀ ਕਿ ਜਿਹੜੀਆਂ ਫਿਲਮਾਂ ਬਣਦੀਆਂ ਨੇ ਕਿਸੇ ਨੂੰ ਮੈਸੇਜ ਦੇਣ ਲਈ ਬਣਦੀਆਂ ਨੇ, ਕਿਸੇ ਨੂੰ ਸੁਧਾਰਨ ਲਈ ਬਣਦੀਆਂ। ਅਸੀਂ ਸਮਾਜ ਨੂੰ ਸੁਧਾਰਦੇ ਹਾਂ। ਫਿਲਮਾਂ ਸਮਾਜ ਨੂੰ, ਅਗਰ ਅਸੀਂ ਉਹਦਾ ਇੱਕ ਪੱਖ ਦਿਖਾਉਂਦੇ ਨਾ ਸ਼ੁਰੂ ਤੋਂ ਕਿ ਉਹ ਗੁੰਡਾਗਰਦੀ ਕਰਦਾ ਆ ਰਿਹਾ, ਪਰ ਐਂਡ ਤੇ ਇੱਕ ਉਹਦਾ ਲੌਜਿਕ ਵੀ ਹੁੰਦਾ, ਔਰ ਕਿਤੇ ਨਾ ਕਿਤੇ ਆਣ ਕੇ ਇੱਕ ਸਿਖਲਾਈ ਵੀ ਦਿੱਤੀ ਜਾਂਦੀ ਹੈ ਕਿ ਇਹਦਾ ਅੰਤ ਕੀ ਹੁੰਦਾ। ਬੁਰੇ ਦਾ ਜਿਹੜਾ ਅੰਤ ਹੁੰਦਾ ਹਮੇਸ਼ਾ ਮਾੜਾ ਹੀ ਹੁੰਦਾ। ਵਿਲਨ ਕਿਉਂ ਮਰਦਾ? ਕਿਉਂਕਿ ਉਹ ਹਮੇਸ਼ਾ ਮਾੜਾ ਕਰਦਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਹੋਰ ਸਾਨੂੰ ਪੂਨਮ ਫਿਰ ਕਿਹੜੀ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲੇਗੀ? ਜੀ ਮੇਰੀ ਮਾਰਚ 'ਚ ਰਿਲੀਜ਼ ਹੋ ਰਹੀ ਹੈ ਚਮਕੀਲਾ ਬਾਈ ਫੋਰਐਵਰ, ਔਰ ਉਸ ਤੋਂ ਬਾਅਦ ਮੇਰੀ ਜੁਲਾਈ 'ਚ ਰਿਲੀਜ਼ ਹੋ ਰਹੀ ਹੈ ਕਰਨੀ ਆਪੋ ਆਪਣੀ ਜੀ। ਤੇ ਫਿਲਮਾਂ ਦੇ ਨਾਮ ਤੋਂ ਹੀ ਲੱਗ ਰਿਹਾ ਕਿ ਵਾਕਈ ਉਹਨਾਂ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੋਏਗਾ। ਬਿਲਕੁਲ। ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਖਾਸ ਕਰਕੇ ਮੈਂ ਇਹ ਕਹਿਣਾ ਚਾਹਾਂਗੀ ਉਹ ਕੁੜੀਆਂ ਨੂੰ ਜਿਹੜੀਆਂ ਆਪਣੇ ਮਾਂ-ਬਾਪ ਨੂੰ ਆਪਣਾ ਦੁਸ਼ਮਣ ਸਮਝਦੀਆਂ ਨੇ, ਕਿਉਂਕਿ ਅੱਜ ਕੱਲ੍ਹ ਸੱਚੀ ਦੱਸਾਂ ਜਦੋਂ ਮਾਂ-ਬਾਪ ਰੋਕਦੇ ਨੇ ਤਾਂ ਹਮੇਸ਼ਾ ਕਹਿੰਦੇ ਨੇ ਕਿ ਨਹੀਂ ਮੇਰੀ ਮਾਂ-ਬਾਪ ਤਾਂ ਐਵੇਂ ਰੋਕੀ ਜਾਂਦੇ ਨੇ, ਇਹਨਾਂ ਨੂੰ ਕੀ ਪਤਾ ਦੁਨੀਆ 'ਚ ਕੀ ਹੁੰਦਾ। ਮਾਂ-ਬਾਪ ਸਹੀ ਰੋਕਦੇ ਨੇ। ਕਹਿੰਦੇ ਹੁੰਦੇ ਨਾ, ਜਦੋਂ ਸਿਆਣੇ ਕੋਈ ਗੱਲ ਕਹਿੰਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ। ਖਾਸ ਕਰਕੇ ਆਪਣੇ ਮਾਂ-ਬਾਪ ਨੂੰ ਆਪਣੇ ਦੋਸਤ ਬਣਾਓ, ਕਿਉਂਕਿ ਜਦੋਂ ਤੁਹਾਨੂੰ ਕੋਈ ਛੇੜਦਾ ਹੈ ਜਾਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰਦਾ ਹੈ ਨਾ, ਤੁਹਾਡੇ ਦੋਸਤ ਤੁਹਾਨੂੰ ਹਾਸੇ ਮਜ਼ਾਕ 'ਚ ਲੈ ਸਕਦੇ ਨੇ, ਪਰ ਤੁਹਾਡੇ ਮਾਂ-ਬਾਪ ਹਾਸੇ ਮਜ਼ਾਕ 'ਚ ਨਹੀਂ ਲੈ ਸਕਦੇ, ਕਿਉਂਕਿ ਉਹ ਜੇ ਇਨਕੁਆਇਰੀ ਕਰਨਗੇ ਤਾਂ ਸ਼ਾਇਦ ਜਿੱਦਾਂ ਐਸਿਡ ਅਟੈਕ ਹੁੰਦੇ ਨੇ, ਰੇਪਸ ਹੁੰਦੇ ਨੇ, ਤੁਸੀਂ ਇਹਨਾਂ ਚੀਜ਼ਾਂ 'ਚੋਂ ਬਚ ਸਕੋ। ਥੈਂਕ ਯੂ ਸੋ ਮਚ। ਤੇ ਇਹ ਸੀਗੀ ਜੀ ਸਾਡੇ ਨਾਲ ਪੂਨਮ ਸੂਦ। ਮੈਨੂੰ ਲੱਗਦਾ ਪਹਿਲੀ ਇਹੋ ਜਿਹੀ ਕੁੜੀ ਹੋਏਗੀ ਜਿਹੜੀ ਬੇਬਾਕ ਹੋ ਕੇ ਬੋਲਦੀ ਆ, ਤੇ ਬਹੁਤ ਵਧੀਆ ਲੱਗੇ ਇਹਨਾਂ ਦੇ ਨਾਲ ਗੱਲਬਾਤ ਕਰਕੇ। ਉਮੀਦ ਹੈ ਤੁਹਾਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਏਗੀ। ਇਸੇ ਤਰ੍ਹਾਂ ਮਿਲਾਂਗੇ ਅਗਲੇ ਹਫਤੇ ਇੱਕ ਨਵੇਂ ਆਰਟਿਸਟ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।